ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਸਾਡੇ ਇਸ YouTube ਚੈਨਲ ਤੇ। ਅੱਜ ਮੈਂ ਪੰਜਾਬ ਦੇ ਕਰੰਟ ਅਫੇਅਰਸ ਲੈ ਕੇ ਆਇਆ ਤੁਹਾਡੇ ਕੋਲੇ ਜੂਨ ਜੁਲਾਈ ਅਗਸਤ 2021 ਤਿੰਨ ਮਹੀਨੇ ਦੇ ਲੇਟੈਸਟ 3 ਮਹੀਨੇ ਦੇ, ਕਿਉਂਕਿ ਤੁਸੀਂ ਦੇਖਿਆ ਹੋਣਾ ਜਿਹੜੇ ਪਿਛਲੇ ਐਗਜ਼ਾਮ ਦੇ ਚੁੱਕੇ ਹੈ, ਜਿਨ੍ਹਾਂ ਨੇ ਹੈੱਡ ਕਾਂਸਟੇਬਲ ਇੰਟੈਲੀਜੈਂਸ ਵਗੈਰਾ ਦੇ ਐਗਜ਼ਾਮ ਦਿੱਤੇ, ਤੁਸੀਂ ਦੇਖਿਆ ਸੀਗਾ ਕਿ ਡਾਇਰੈਕਟ ਜੁਲਾਈ ਤੇ ਅਗਸਤ ਵਿੱਚੋਂ ਹੀ ਕਰੰਟ ਅਫੇਅਰ ਪੁੱਛੇ ਜਾ ਰਹੇ ਸੀਗੇ। ਠੀਕ ਹੈ ਜੀ, ਸਿੱਧੇ ਅਗਸਤ ਦਾ ਮਹੀਨਾ ਦੱਸਿਆ ਉਹਨਾਂ ਨੇ ਤੇ ਇਹਦੇ ਵਿੱਚ ਦੱਸਿਆ ਦੀ ਸਟੇਟਮੈਂਟ ਤੇ ਇਹਦੇ ਵਿੱਚ ਦੱਸੋ ਵੀ ਕਿਹੜਾ ਆਨਸਰ ਹੈ। ਇਸ ਕਰਕੇ ਮੈਂ ਜਿਹੜਾ ਇਹਨਾਂ ਤਿੰਨਾਂ ਮੰਥ ਤੇ ਫੋਕਸ ਕੀਤਾ ਹੈ, ਮੈਂ ਬਣਾਉਣ ਨੂੰ ਜੂਨ ਜਨਵਰੀ ਤੋਂ ਲੈ ਕੇ ਅਗਸਤ ਤੱਕ ਦਾ ਵੀ ਬਣਾ ਸਕਦਾ ਸੀਗਾ, ਬਟ ਮੈਂ ਸੋਚਿਆ ਕਿ ਹੁਣ ਲੇਟੈਸਟ ਜ਼ਿਆਦਾ ਆ ਰਿਹਾ ਤਾਂ ਆਪਾਂ ਪਹਿਲਾਂ ਇਹਨਾਂ ਨੂੰ ਜ਼ਿਆਦਾ ਕਵਰ ਕਰ ਲਈਏ। ਸਾਰੇ ਨੂੰ ਜਨਵਰੀ ਤੋਂ ਲੈ ਕੇ ਅਗਸਤ ਤੱਕ ਇੱਕ ਵਾਰੀ ਪੜ੍ਹਨ ਦੀ ਬਜਾਏ ਤੁਹਾਨੂੰ ਪਤਾ ਬਹੁਤ ਜ਼ਿਆਦਾ ਕਰੰਟ ਅਫੇਅਰਸ ਹੋ ਜਾਂਦੇ ਆ, ਤੁਸੀਂ ਜੂਨ ਜੁਲਾਈ ਅਗਸਤ ਵਾਲੇ ਨੂੰ 2-3 ਵਾਰੀ ਪੜ੍ਹ ਜਾਓ ਤਾਂ ਕਿ ਜਿਹੜੇ ਆਪਣੇ ਨੰਬਰ ਹੈ ਆ ਸਕਣ ਪੇਪਰ ਦੇ ਵਿੱਚ। ਠੀਕ ਹੈ ਜੀ, ਤੇ ਆਪਾਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ। ਤੇ ਜੇ ਇਸ ਵੀਡੀਓ ਦਾ PDF ਚਾਹੀਦਾ ਤੁਹਾਨੂੰ ਤਾਂ ਟੈਲੀਗ੍ਰਾਮ ਦਾ ਲਿੰਕ ਦਿੱਤਾ ਹੈ ਡਿਸਕ੍ਰਿਪਸ਼ਨ ਦੇ, ਉਹਨੂੰ ਜੁਆਇਨ ਕਰ ਲਓ, ਤੁਹਾਨੂੰ PDF ਅਵੇਲੇਬਲ ਹੋ ਜਾਏਗਾ। ਠੀਕ ਹੈ ਜੀ, ਸਭ ਤੋਂ ਪਹਿਲਾ ਕੁਐਸਚਨ ਹੈ ਜੀ ਆਪਣਾ ਅੱਜ ਦਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2.51 ਕਰੋੜ ਰੁਪਏ ਦੇ ਵਿਸ਼ੇਸ਼ ਨਗਦ ਇਨਾਮ ਕਿਹੜੇ ਜੈਵਲਿਨ ਥਰੋਅਰ ਨੂੰ ਦੇਣ ਦਾ ਐਲਾਨ ਕੀਤਾ। ਤਾਂ ਇਸ ਕੋਈ ਨਿਊਜ਼ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗੀ ਜੀ, ਲੇਟੈਸਟ ਅਗਸਤ ਦੀ ਨਿਊਜ਼ ਹੈ। ਠੀਕ ਹੈ ਜੀ, ਇਹਦੇ ਵਿੱਚ ਜਿਹੜੇ ਲੱਗੇ ਹੋਏ ਨੇ ਕੁਐਸਚਨਸ ਉਹ ਰੀਸੈਂਟ ਨਿਊਜ਼ ਦੇ ਅਕੋਰਡਿੰਗ ਹੀ ਲੱਗੇ ਹੋਏ ਨੇ। ਠੀਕ ਹੈ ਜੀ, ਤਾਂ ਤੁਸੀਂ ਇਸ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਣਾ ਹੈ। ਇਹਦਾ ਸਹੀ ਆਨਸਰ ਹੈ ਜੀ ਨੀਰਜ ਚੋਪੜਾ। ਨੀਰਜ ਚੋਪੜਾ ਜੀ ਨੇ 골ਡ ਮੈਡਲ ਜਿੱਤਿਆ ਟੋਕੀਓ ਓਲੰਪਿਕਸ ਦੇ ਵਿੱਚ, ਤੇ ਆਪਣੇ ਮੁੱਖ ਮੰਤਰੀ ਸਾਹਿਬ ਨੇ ਸਪੈਸ਼ਲ ਇਨਾਮ ਦੇਣ ਦਾ ਐਲਾਨ ਕੀਤਾ। ਨਿਊਜ਼ ਇਸ ਕਰਕੇ ਇੰਪੋਰਟੈਂਟ ਹੋ ਜਾਂਦੀ ਹੈ ਕਿਉਂਕਿ ਟੋਕੀਓ ਨਾਲ ਰਿਲੇਟਡ ਹੈ, ਤੇ ਪਹਿਲਾਂ 2 ਕਰੋੜ ਦਾ ਐਲਾਨ ਕੀਤਾ ਸੀ, ਫਿਰ 2.51 ਇਹਨੂੰ ਕਰ ਦਿੱਤਾ ਗਿਆ ਇਨਾਮ ਦੀ ਰਾਸ਼ੀ ਨੂੰ। ਤੇ ਤੁਹਾਨੂੰ ਪਤਾ ਟੋਕੀਓ ਓਲੰਪਿਕ ਇਸ ਟਾਈਮ ਕਿੰਨਾ ਇੰਪੋਰਟੈਂਟ ਟੌਪਿਕ ਹੈ। ਹੈੱਡ ਕਾਂਸਟੇਬਲ ਦੇ ਕਈ ਸ਼ਿਫਟਾਂ ਦੇ ਵਿੱਚ ਕੁਐਸਚਨ ਇੱਥੋਂ ਪੁੱਛੇ ਜਾ ਚੁੱਕੇ ਨੇ, ਤੇ ਹੋਪਫੁਲੀ ਕਾਂਸਟੇਬਲ ਦੇ ਪੇਪਰ ਦੇ ਵਿੱਚ ਵੀ ਪੁੱਛੇ ਜਾਣਗੇ। ਤਾਂ ਆਪਾਂ ਇੱਕ ਵਾਰੀ ਟੋਕੀਓ 2020 ਦਾ ਜਿਹੜਾ ਹੋਇਆ ਔਰ 2021 ਵਿੱਚ ਉਹਨੂੰ ਆਪਾਂ ਫਟਾਫਟ ਰਿਵਾਈਜ਼ ਕਰ ਲੈਂਦੇ ਹਾਂ। ਟੋਕੀਓ ਤਾਂ ਸਭ ਤੋਂ ਪਹਿਲਾਂ ਓਲੰਪਿਕ ਜਿਹੜਾ ਟੋਕੀਓ ਵਾਲਾ ਹੋਇਆ ਇਹ, ਠੀਕ ਹੈ ਜੀ, 2020 ਵਾਲਾ ਸੀਗਾ 32ਵਾਂ ਸੰਸਕਰਨ ਸੀਗਾ ਇਹ, ਤੇ ਜਿਹੜਾ ਹੁਣ 2021 ਵਿੱਚ ਹੋਇਆ। ਤੇ ਓਲੰਪਿਕ ਜੇ ਪੁੱਛ ਲਵੇ ਤੇ ਕਦੋਂ ਸਟਾਰਟ ਹੋਇਆ ਸੀ, ਤਾਂ ਇਹ ਜੀ 1896 ਵਿੱਚ ਸਟਾਰਟ ਹੋਇਆ ਸੀ ਓਲੰਪਿਕਸ। ਤੇ ਇਹ ਐਥਿਨਸ ਦੇ ਵਿੱਚ ਸਟਾਰਟ ਹੋਇਆ ਸੀ, ਗ੍ਰੀਸ ਦੀ ਰਾਜਧਾਨੀ ਐਥਿਨਸ, ਉੱਥੇ ਸਟਾਰਟ ਹੋਇਆ ਸੀਗਾ। ਠੀਕ ਹੈ ਜੀ, ਤੇ ਜੇ ਪੁੱਛਿਆ ਜਾਵੇ ਟੋਕੀਓ ਓਲੰਪਿਕ ਕਦੋਂ ਤੋਂ ਕਦੋਂ ਤੱਕ ਹੋਏ ਨੇ, ਤਾਂ 23 ਅਗਸਤ ਤੋਂ 8 ਅਗਸਤ ਤੱਕ ਹੋਏ ਨੇ। ਠੀਕ ਹੈ ਜੀ, ਜੇ ਇਹਦੇ ਵਿੱਚ ਪੁੱਛਿਆ ਜਾਵੇ ਪਹਿਲਾ ਮੈਡਲ ਕਿਨੇ, ਮਤਲਬ ਪਹਿਲਾ ਸਥਾਨ ਕਿਨੇ ਹਾਸਲ ਕੀਤਾ, ਤਾਂ USA ਨੇ, ਸੈਕੰਡ ਚਾਈਨਾ, ਥਰਡ ਜਾਪਾਨ। ਤੇ ਜੇ ਇੰਡੀਆ ਦਾ ਪੁੱਛੇ ਰੈਂਕ, ਤਾਂ ਇੰਡੀਆ ਦਾ ਰੈਂਕ ਹੈਗਾ ਇਹਦੇ ਵਿੱਚ 48th ਰੈਂਕ ਹੈ। ਠੀਕ ਹੈ ਜੀ, ਇਹਦੇ ਵਿੱਚ ਆਪਾਂ ਜਿਹੜੇ ਹੈਗੇ ਆ ਟੋਟਲ 7 ਮੈਡਲ ਜਿੱਤੇ ਆ। ਇਹਨੂੰ ਇਸ ਤਰ੍ਹਾਂ ਤੁਸੀਂ ਯਾਦ ਰੱਖ ਸਕਦੇ ਹੋ 1 2 का 4, ਇੱਕ ਆਪਾਂ ਜਿੱਤਿਆ 골ਡ, 2 ਜਿੱਤੇ ਸਿਲਵਰ ਤੇ 4 ਜਿੱਤੇ ਬ੍ਰੌਂਜ। ਠੀਕ ਹੈ ਜੀ, 골ਡ ਨੀਰਜ ਚੋਪੜਾ ਨੇ ਜਿੱਤਿਆ ਜੈਵਲਿਨ ਥਰੋਅਰ ਦੇ ਵਿੱਚ, ਤੇ ਜਿਹੜਾ ਸਿਲਵਰ ਹੈ ਮੀਰਾਬਾਈ ਚਾਨੂ ਨੇ ਵੇਟ ਲਿਫਟਿੰਗ ਵਿੱਚ, ਰਵੀ ਕੁਮਾਰ ਤਾਹੀਆ ਨੇ ਸਿਲਵਰ ਜਿੱਤਿਆ ਰੈਸਲਿੰਗ ਦੇ ਵਿੱਚ। ਠੀਕ ਹੈ ਜੀ, ਇਹਨਾਂ ਦੀ ਕੈਟਾਗਰੀ ਵੀ ਪੁੱਛ ਲੈਂਦੇ ਨੇ, ਹੈੱਡ ਕਾਂਸਟੇਬਲ 'ਚ ਪੁੱਛਿਆ ਗਿਆ ਸੀਗਾ। ਮੀਰਾਬਾਈ ਚਾਨੂ ਨੇ 49 kg ਕੈਟਾਗਰੀ ਦੇ ਵਿੱਚ ਜਿਹੜਾ ਸਿਲਵਰ ਜਿੱਤਿਆ, ਤੇ ਆਪਣਾ ਰਵੀ ਕੁਮਾਰ ਨੇ 57 ਕਿਲੋ ਵਾਲੀ ਕੈਟਾਗਰੀ 'ਚ। ਠੀਕ ਹੈ ਜੀ, ਉਸ ਤੋਂ ਬਾਅਦ ਬ੍ਰੌਂਜ਼ ਦੀ ਗੱਲ ਕਰ ਲਈਏ ਤਾਂ ਬੀ ਲਵਲੀਨਾ, ਪੀਵੀ ਸੰਧੂ ਦਾ ਵੀ ਕੁਐਸਚਨ ਪੁੱਛਿਆ ਸੀ ਕਿਹੜੇ ਤੋਂ ਬਿਲੋਂਗ ਕਰਦੇ, ਤਾਂ ਬੈਡਮਿੰਟਨ ਤੋਂ। ਬੀ ਲਵਲੀਨਾ ਬਾਕਸਿੰਗ। ਤੇ ਹਾਕੀ ਦੇ ਵਿੱਚ ਤੁਹਾਨੂੰ ਪਤਾ ਹੈ ਮੈਨਸ ਹਾਕੀ ਟੀਮ ਨੇ ਇਸ ਵਾਰੀ ਬ੍ਰੌਂਜ਼ ਜਿੱਤਿਆ 41 ਸਾਲਾਂ ਬਾਅਦ। ਤੇ ਉਸ ਤੋਂ ਬਾਅਦ ਬਜਰੰਗ ਪੁਨੀਆ ਰੈਸਲਿੰਗ ਤੋਂ ਇਹਨਾਂ ਨੇ ਵੀ ਬ੍ਰੌਂਜ਼ ਜਿੱਤਿਆ। ਠੀਕ ਹੈ ਜੀ, ਤੇ ਹਾਕੀ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਨਿਊਜ਼ ਕਾਫੀ ਚਰਚਿਤ ਸੀਗੀ ਕਿਉਂਕਿ ਕਾਫੀ ਟਾਈਮ ਬਾਅਦ ਜਿੱਤਿਆ ਗਿਆ ਸੀਗਾ ਹਾਕੀ ਦੇ ਵਿੱਚ। ਤੇ ਹਾਕੀ ਦੇ ਵਿੱਚ ਹੋਰ ਵੀ ਕੁਐਸਚਨ ਇੱਦਾਂ ਦਾ ਪੁੱਛਿਆ ਜਾ ਸਕਦਾ ਹੈ ਕਿ ਜਿਹੜਾ ਹਾਕੀ ਦੇ ਵਿੱਚ ਆਪਾਂ ਤਾਂ ਬ੍ਰੌਂਜ਼ ਜਿੱਤਿਆ ਇੰਡੀਆ ਨੇ, ਉਸ ਤੋਂ ਬਾਅਦ 골ਡ ਕਿਹਨੇ ਜਿੱਤਿਆ, ਤਾਂ 골ਡ ਜਿੱਤੇ ਸੀਗਾ ਬੈਲਜੀਅਮ ਨੇ, ਤੇ ਸਿਲਵਰ ਜਿੱਤਿਆ ਸੀਗਾ ਜੀ ਆਸਟ੍ਰੇਲੀਆ ਨੇ। ਠੀਕ ਹੈ ਜੀ, ਤਾਂ ਇਹ ਤੁਸੀਂ ਕੁਝ ਗੱਲਾਂ ਟੋਕੀਓ ਓਲੰਪਿਕਸ ਰਿਲੇਟਡ ਧਿਆਨ ਰੱਖਣੀਆਂ ਨੇ। ਮੈਂ ਕੁਐਸਚਨ ਦੇ ਨਾਲ ਐਕਸਟਰਾ ਫੈਕਟ ਤੁਹਾਨੂੰ ਦੱਸੀ ਜਾਊਂਗਾ ਜਿੱਥੇ ਲੋੜ ਹੈ। ਠੀਕ ਹੈ ਜੀ, ਤਾਂ ਕਿ ਆਪਣੇ ਰਿਵੀਜ਼ਨ ਜਿਹੜੀ ਹੈ ਨਾਲ ਹੁੰਦੀ ਰਹੇ। ਉਸ ਤੋਂ ਬਾਅਦ ਸੈਨਿਕ ਸਕੂਲ ਕਪੂਰਥਲਾ ਇਜ਼ ਹਾਊਸਡ ਇਨ ਵਿਚ ਆਫ ਦੀ ਫੋਲੋਇੰਗ ਪੈਲੇਸ। ਸੈਨਿਕ ਸਕੂਲ ਕਪੂਰਥਲਾ ਇਟਲੀ ਕਿਸ ਮਹਿਲ ਵਿੱਚ ਸਥਿਤ ਹੈ। ਇਹਦਾ ਸਹੀ ਆਨਸਰ ਹੈ ਜੀ ਜਗਤਜੀਤ ਪੈਲੇਸ। ਕਿਉਂਕਿ ਇਹ ਨਿਊਜ਼ ਇਸ ਕਰਕੇ ਇੰਪੋਰਟੈਂਟ ਹੈ ਕਿਉਂਕਿ ਪੰਜਾਬ ਗਵਰਨਮੈਂਟ ਨੇ ਜਿਹੜਾ ਹੈਗਾ, ਤੁਸੀਂ ਇੱਥੇ ਲਿਖਿਆ ਐਕਸਟਰਾ ਫੈਕਟ ਦੇ ਵਿੱਚ, ਪੰਜਾਬ ਗਵਰਨਮੈਂਟ ਹੈਜ਼ ਅਰਜਡ ਦਾ ਸੈਂਟਰ ਟੂ ਸੈਂਕਸ਼ਨ ਏ 3rd ਸੈਨਿਕ ਸਕੂਲ ਫॉर द स्टेट इन ਬਠਿੰਡਾ ਜ਼ਿਲ੍ਹਾ, ਬਠਿੰਡਾ ਡਿਸਟ੍ਰਿਕਟ। ਦੀ ਫਰਸਟ ਸੈਨਿਕ ਸਕੂਲ ਇਜ਼ ਐਟ ਕਪੂਰਥਲਾ ਐਂਡ ਦੀ ਸੈਕੰਡ ਇਜ਼ ਟੂ ਕਮ ਐਟ ਗੁਰਦਾਸਪੁਰ। ਪਹਿਲਾਂ ਦੀ ਕਪੂਰਥਲੇ ਵਿੱਚ ਹੈ, ਦੂਜਾ ਗੁਰਦਾਸਪੁਰ ਵਿੱਚ ਆ ਰਿਹਾ। ਤੇ ਸੀਐਮ ਸਾਹਿਬ ਨੇ ਆਪਣੇ ਨੇ 3rd ਦੀ ਵੀ ਡਿਮਾਂਡ ਕੀਤੀ ਹੈ। ਠੀਕ ਹੈ ਜੀ, ਤਾਂ ਕਰਕੇ ਇਹ ਪੁੱਛਿਆ ਜਾ ਸਕਦਾ। ਇਹ ਕੁਐਸਚਨ ਜਿਹੜਾ ਹੈਗਾ ਜੇਲ ਵਾਟਰ 'ਤੇ ਵੀ ਪੁੱਛਿਆ ਗਿਆ ਸੀਗਾ, ਕਰੰਟ ਅਫੇਅਰ ਦੇ ਨਾਲ ਰਿਲੇਟਡ ਟੌਪਿਕ ਹੈ, ਤਾਂ ਇਹ ਇੰਪੋਰਟੈਂਟ ਹੋ ਜਾਂਦਾ ਆਪਣੇ ਵਾਸਤੇ। ਉਸ ਤੋਂ ਬਾਅਦ ਆਪਾਂ ਗੱਲ ਕਰ ਲਈ ਇਸ ਵੇਲੇ ਪੰਜਾਬ ਦਾ ਲੋਕਪਾਲ ਕੌਣ ਹੈ। ਹੂ ਇਜ਼ ਕਰੰਟਲੀ ਲੋਕਪਾਲ ਆਫ ਪੰਜਾਬ। ਆਪਾਂ ਸਾਰੇ ਜਿਹੜੀਆਂ ਪੋਜੀਸ਼ਨਾਂ ਯਾਦ ਕਰ ਲੈਂਦੇ ਪੋਰਟਫੋਲੀਓ ਸਾਰਿਆਂ ਦੇ, ਬਟ ਇਹ ਕਈ ਵਾਰ ਧਿਆਨ 'ਚ ਨਿਕਲ ਜਾਂਦਾ। ਤਾਂ ਇਹਦਾ ਸਹੀ ਆਨਸਰ ਹੈ ਜੀ ਜਸਟਿਸ ਵਿਨੋਦ ਕੇ ਸ਼ਰਮਾ।
VK शर्मा ये अपने करंटली लोकपाल ने पंजाब ਦੇ। ਉਸ ਤੋਂ ਬਾਅਦ ਗੁਰੂ ਕੀ ਵਡਾਲੀ ਦੇ 6th ਗੁਰੂ ਸ਼੍ਰੀ ਗੁਰੂ ਹਰਗੋਬਿੰਦ ਜੀ ਇਨ ਦੀ ਵਿਸਿਨਿਟੀ ਆਫ ਹੋਲੀ ਸਿਟੀ ਆਫ ਗੁਰੂ। ਆਪਾਂ ਨੂੰ ਪੁੱਛਿਆ ਗੁਰੂ ਵਡਾਲੀ ਕਿੱਥੇ ਹੈ, ਜੋ 6th ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੁਆਰਾ ਬਣਵਾਇਆ ਗਿਆ ਸੀ। ਤਾਂ ਇਹ ਹੈ ਜੀ ਅੰਮ੍ਰਿਤਸਰ ਸ਼ਹਿਰ ਵਿੱਚ, ਅੰਮ੍ਰਿਤਸਰ ਦੇ ਛਾਟਾ ਦੇ ਵਿੱਚ ਗੁਰੂ ਕੀ ਵਡਾਲੀ ਸਥਿਤ ਹੈ। ਠੀਕ ਹੈ ਜੀ। ਇਹ ਸਾਰੇ ਜਿਹੜੇ ਕੁਐਸਚਨ ਇਹਦੇ ਵਿੱਚ ਪਾਏ ਹੋਏ ਨੇ ਇਹ ਕਿਸੇ ਨਾ ਕਿਸੇ ਨਿਊਜ਼ ਨਾਲ ਰਿਲੇਟਡ ਹੀ ਨੇ, ਜੋ ਵੀ ਇਸ ਟਾਈਮ ਕੋਈ ਕਿਸੇ ਤਰ੍ਹਾਂ ਦੀ ਖਬਰ ਦੇ ਵਿੱਚ ਆਏ ਤਾਂ ਕਰਕੇ ਇਹਨੂੰ ਇਨਕਲੂਡ ਕੀਤਾ ਗਿਆ। ਤੁਹਾਨੂੰ ਤੁਸੀਂ ਦੇਖਿਆ ਹੋਣਾ ਪਿਛਲੇ ਐਗਜ਼ਾਮ ਦੇ ਵਿੱਚ ਵੀ ਡਾਇਰੈਕਟ ਕਿਸੇ ਜਗ੍ਹਾ ਦਾ ਨਾਮ ਪੁੱਛ ਲੈਂਦੇ ਨੇ ਤੇ ਉਹ ਪੁੱਛ ਲੈਂਦੇ ਨੇ ਵੀ ਇਹ ਕਿੱਥੇ ਸਥਿਤ ਹੈ, ਤਾਂ ਇਹਦੇ ਕਰਕੇ ਤੁਸੀਂ ਇਹਨੂੰ ਖਿਆਲ ਰੱਖਣਾ। ਉਸ ਤੋਂ ਬਾਅਦ ਪੰਜਾਬ ਦੇ DGP ਦਿਨਕਰ ਗੁਪਤਾ ਨੇ ਡੈਸ਼ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਨਵੇਂ ਬਣੇ ਸ਼ਹੀਦੀ ਸਮਾਰੋਹ ਦਾ ਉਦਘਾਟਨ ਕੀਤਾ ਹੈ। ਤਾਂ ਇਹਦਾ ਸਹੀ ਆਨਸਰ ਹੋ ਜਾਏਗਾ ਜੀ ਬਰਨਾਲਾ ਜ਼ਿਲ੍ਹਾ। ਤੁਸੀਂ ਦੇਖ ਸਕਦੇ ਹੋ DGP ਪੰਜਾਬ ਦਿਨਕਰ ਗੁਪਤਾ ਜੀ ਨੇ ਔਨ ਫਰਾਈਡੇ unveiled the newly constructed Martyrs Memorial at District Administrative Complex in Barnala and paid floral tribute to around 1800 police personnel who laid down their life while safeguarding the police of Punjab। ਠੀਕ ਹੈ ਜੀ। ਪੰਜਾਬ ਦੇ ਪੁਲਿਸ ਦੇ ਵਿੱਚ ਜਿਹੜੇ ਸ਼ਹੀਦ ਹੋਏ ਨੇ ਕਿਸੇ ਵੀ ਕਾਰਨ ਆਪਣੇ ਦੇਸ਼ ਅਤੇ ਆਪਣੀ ਸਟੇਟ ਦੀ ਰੱਖਿਆ ਕਰਦੇ ਹੋਏ, ਤਾਂ ਉਹਨਾਂ ਲਈ ਇੱਕ ਜਿਹੜਾ ਹੈਗਾ ਸ਼ਹੀਦੀ ਸਮਾਰਕ ਜਿਹੜਾ ਹੈਗਾ ਦੀ ਉਦਘਾਟਨ ਕੀਤਾ ਆਪਣੇ DGP ਦਿਨਕਰ ਗੁਪਤਾ ਜੀ ਨੇ। ਠੀਕ ਹੈ ਜੀ। ਇੱਕ ਹੋਰ ਕੁਐਸਚਨ ਪੁੱਛਿਆ ਜਾ ਸਕਦਾ ਹੈ ਵਿਨੀ ਮਹਾਜਨ ਦੇ ਰਿਲੇਟਡ। ਵਿਨੀ ਮਹਾਜਨ ਤੁਸੀਂ ਜਾਣਦੇ ਹੋਵੋਗੇ ਜਾਂ ਨਹੀਂ। ਵਿਨੀ ਮਹਾਜਨ ਜੀ ਨੇ ਜਿਹੜੇ ਉਹ DGP ਦਿਨਕਰ ਗੁਪਤਾ ਜੀ ਦੇ ਵਾਈਫ ਨੇ, ਤੇ ਇਹਨਾਂ ਦੇ ਉੱਤੇ ਇਹ ਇੰਪੋਰਟੈਂਟ ਕਿਉਂ ਨੇ ਉਹ ਮੈਂ ਤੁਹਾਨੂੰ ਦੱਸ ਦਿੰਦਾ ਜੀ। ਵਿਨੀ ਮਹਾਜਨ ਜਿਹੜੇ ਨੇ ਫਰਸਟ ਵਿਮਨ ਚੀਫ ਸੈਕਟਰੀ ਆਫ ਦਾ ਸਟੇਟ ਨੇ ਪੰਜਾਬ ਦੇ। ਠੀਕ ਹੈ ਜੀ। ਵਿਨੀ ਮਹਾਜਨ ਫਰਸਟ ਵਿਮਨ ਚੀਫ ਸੈਕਟਰੀ ਆਫ ਪੰਜਾਬ। ਠੀਕ ਹੈ ਜੀ। ਤਾਂ ਕਰਕੇ ਇੰਪੋਰਟੈਂਟ ਹੋ ਜਾਂਦਾ ਹੈ। IAS ਰੈਂਕ ਦੇ ਵਿੱਚ ਟੌਪ ਪੋਜੀਸ਼ਨ ਹੁੰਦੀ ਹੈ ਜਿਹੜੀ ਚੀਫ ਸੈਕਟਰੀ ਦੀ, ਉਹ ਵਿਨੀ ਮਹਾਜਨ ਜੀ ਨੇ, ਤੇ DGP ਜਿਹੜਾ ਟੌਪ ਰੈਂਕ ਹੁੰਦਾ IPS ਦੇ ਵਿੱਚ, ਤਾਂ ਇਹ ਵੀ ਦੋਨੋਂ ਜਿਹੜੇ ਨੇ ਟੌਪ ਪੋਜੀਸ਼ਨ ਹੋਲਡ ਕਰਦੇ ਨੇ। ਠੀਕ ਹੈ ਜੀ। ਤੁਸੀਂ ਇਸ ਗੱਲ ਨੂੰ ਮਤਲਬ ਖਿਆਲ ਰੱਖਣਾ, ਪੁੱਛਿਆ ਜਾ ਸਕਦਾ ਵਿਮਨ ਚੀਫ ਸੈਕਟਰੀ ਜਿਹੜੇ ਨੇ ਉਹ ਹੈਗੇ ਨੇ ਵਿਨੀ ਮਹਾਜਨ। ਉਸ ਤੋਂ ਬਾਅਦ ਛੋਟਾ ਘੱਲੂਘਾਰਾ ਕਿੱਥੇ ਸਥਿਤ ਹੈ, ਇੱਥੇ ਸਹੀ ਨਹੀਂ ਲਿਖਿਆ ਪੰਜਾਬੀ 'ਚ। ਛੋਟਾ ਘੱਲੂਘਾਰਾ ਜਿਹੜਾ ਹੈ ਜੀ ਗੁਰਦਾਸਪੁਰ ਜ਼ਿਲ੍ਹੇ ਵਿੱਚ ਸਥਿਤ ਹੈ। ਗੁਰਦਾਸਪੁਰ ਦੇ ਕਾਹਨੂੰਵਾਨ ਦੇ ਵਿੱਚ ਛੋਟਾ ਘੱਲੂਘਾਰਾ ਸਥਿਤ ਹੈ। ਉਸ ਤੋਂ ਬਾਅਦ ਰਜਿੰਦਰਾ ਝੀਲ ਕਿੱਥੇ ਹੈ, ਜੋ ਕਿ 1885 ਵਿੱਚ ਬਣੀ ਸੀ, ਕਿੱਥੇ ਸਥਿਤ ਹੈ, ਸਥਿਤ ਗਲਤ ਲਿਖਿਆ ਤੇ ਵੇਅਰ ਇਜ਼ ਰਜਿੰਦਰਾ ਲੇਕ ਵਿੱਚ ਮੇਡ ਇਨ 1885। ਤਾਂ ਰਜਿੰਦਰਾ ਲੇਕ ਜਿਹੜਾ ਹੈਗਾ ਜੀ ਪਟਿਆਲਾ ਜ਼ਿਲ੍ਹੇ ਵਿੱਚ ਹੈਗਾ। The lake was constructed in the memory of ਮਹਾਰਾਜਾ ਰਜਿੰਦਰ ਸਿੰਘ ਬਾਈ ਮਹਾਰਾਜਾ ਭੁਪਿੰਦਰ ਸਿੰਘ। ਠੀਕ ਹੈ ਜੀ। ਇਹ ਇੰਪੋਰਟੈਂਟ ਕੁਐਸਚਨ ਨੇ ਕਿਉਂਕਿ ਨਿਊਜ਼ ਵਿੱਚ ਇਸ ਟਾਈਮ ਨੇ, ਕਿਉਂਕਿ ਕੈਪਟਨ CM ਸਾਹਿਬ ਨੇ ਆਪਣੇ ਨੇ ਇੱਥੇ ਕੁਛ ਕਿਸੇ ਵੀ ਤਰ੍ਹਾਂ ਦੀ ਜੋ ਰੈਨੋਵੇਸ਼ਨ ਹੁੰਦੀ ਹੈ ਉਹਦੇ ਵਾਸਤੇ ਕੋਈ ਗ੍ਰਾਂਟ ਪਾਸ ਕੀਤੀ ਹੈ, ਤਾਂ ਇਸ ਕਰਕੇ ਇਹ ਕੁਐਸਚਨ ਜਿਹੜੇ ਇਨਕਲੂਡ ਕੀਤੇ ਗਏ ਨੇ ਇਸ ਦੇ ਵਿੱਚ। ਠੀਕ ਹੈ ਜੀ। ਸੋ ਅੱਜ ਆਪਣਾ ਨੈਕਸਟ ਕੁਐਸਚਨ ਹੈ ਜੀ ਪੇਂਡੂ ਸ਼ਹਿਰੀ ਖੇਤਰ ਵਿੱਚ ਰਹਿਣ ਵਾਲੇ ਲੋਕਾਂ ਦੀਆਂ ਭਾਵਨਾਵਾਂ ਦੇ ਅਨੁਸਾਰ ਬੁਨਿਆਦੀ ਵਿਕਾਸ ਲਈ ਕਿਹੜੀ ਯੋਜਨਾ ਤਹਿਤ 1170 ਕਰੋੜ ਰੁਪਏ ਖਰਚ ਕੀਤੇ ਜਾਣੇ ਹਨ। ਠੀਕ ਹੈ ਜੀ। ਇਹਦਾ ਸਹੀ ਆਨਸਰ ਹੈ ਜੀ ਪੰਜਾਬ ਨਿਰਮਾਣ ਪ੍ਰੋਗਰਾਮ। ਤੁਹਾਨੂੰ ਪਤਾ ਸਕੀਮਾਂ ਰਿਲੇਟਡ ਜਿਹੜੇ ਕਾਫੀ ਕੁਐਸਚਨ ਪੁੱਛੇ ਜਾਂਦੇ ਐਗਜ਼ਾਮਸ ਦੇ ਵਿੱਚ, ਤਾਂ ਆਪਾਂ ਸਕੀਮਾਂ ਜਿਹੜੀਆਂ ਸਾਰੀਆਂ ਪੜ੍ਹ ਕੇ ਜਾਣੀਆਂ। ਇਹਦਾ ਇਸ ਵੀਡੀਓ ਨੂੰ ਦੇਖਣ ਨਾਲ ਤੁਹਾਡਾ ਇਹ ਵੀ ਫਾਇਦਾ ਹੋਏਗਾ ਕਿ ਅਗਰ ਬਾਈ ਚਾਂਸ ਮੰਨ ਲਓ ਤੁਹਾਨੂੰ ਇਸ ਵਿੱਚੋਂ ਡਾਇਰੈਕਟ ਕੁਐਸਚਨ ਨਹੀਂ ਬਣਦਾ, ਸੇਮ ਨਹੀਂ ਬਣਦੇ, ਤਾਂ ਤੁਹਾਨੂੰ ਐਟਲੀਸਟ ਐਲੀਮੀਨੇਸ਼ਨ ਦਾ ਪਤਾ ਹੋਣਾ ਚਾਹੀਦਾ ਹੈ। ਐਲੀਮੀਨੇਸ਼ਨ ਮੈਥਡ ਨਾਲ ਤੁਸੀਂ ਆਪਣਾ ਕੁਐਸਚਨ ਦੇ ਆਨਸਰ ਤੱਕ ਪਹੁੰਚ ਸਕਦੇ ਹੋ। ਹੁਣ ਜੇ ਤੁਸੀਂ ਦੇਖੋਗੇ ਕੋਈ ਵੀ ਸਕੀਮ ਵਾਲਾ ਕੁਐਸਚਨ ਹੁੰਦਾ ਉਹਦੇ ਵਿੱਚ ਐਕਟਿਵ ਸਕੀਮਾਂ ਦੇ ਹੀ ਨਾਮ ਦੱਸੇ ਹੁੰਦੇ ਆ, ਤਾਂ ਜੇ ਤੁਹਾਨੂੰ 2-3 ਸਕੀਮਾਂ ਦੇ ਨਾਮ ਜਿਵੇਂ 4 ਦੇ ਵਿੱਚੋਂ 2 ਦੇ ਵੀ ਨਾਮ ਪਤਾ ਹੈ ਤਾਂ ਤੁਸੀਂ ਆਸਾਨੀ ਨਾਲ ਉਸ ਸਟੇਟਮੈਂਟ ਦੇ ਅਕੋਰਡਿੰਗ ਤੀਜੇ ਦੇ ਤੱਕ ਪਹੁੰਚ ਜਾਓਗੇ। ਐਲੀਮੀਨੇਟ ਕਰਦੇ ਕਿ ਇਹ ਤਾਂ ਹੋ ਨਹੀਂ ਸਕਦਾ, ਇਹ ਹੋ ਨਹੀਂ ਸਕਦਾ, ਤਾਂ ਇਹ ਤਾਂ ਐਬਸੋਲੂਟਲੀ ਇਹੀ ਹੋਏਗਾ। ਠੀਕ ਹੈ ਜੀ। ਉਸ ਤੋਂ ਬਾਅਦ PNB funds would be utilized to ensure local area government in the state according to the felt needs of people, thus ensuring seamless implementation of various programs through government bodies। ਠੀਕ ਹੈ ਜੀ। PNB ਫੰਡ ਜਿਹੜੀਆਂ ਨੇ ਯੂਜ਼ ਕੀਤੀਆਂ ਜਾਣਗੀਆਂ ਲੋਕਲ ਏਰੀਆ ਦੀ ਡਿਵੈਲਪਮੈਂਟ ਵਾਸਤੇ। ਠੀਕ ਹੈ ਜੀ। ਤੇ ਇਹਦੇ ਨਾਲ ਪੀਪਲਸ ਜਿਹੜੇ ਲੋਕਲ ਲੋਕਾਂ ਦਾ ਉਹਨਾਂ ਦਾ ਭਲਾ ਹੋਏਗਾ, ਤਾਂ ਇਹ ਸਕੀਮ ਤੁਸੀਂ ਧਿਆਨ ਰੱਖਣੀ ਹੈ। ਉਸ ਤੋਂ ਬਾਅਦ ਪੰਜਾਬ ਦੇ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਮੰਤਰੀ। ਠੀਕ ਹੈ ਜੀ। ਦੇਖ ਸਕਦੇ ਤੁਸੀਂ ਕੈਬਨਿਟ ਮਿਨਿਸਟਰ ਆਫ ਟਰਾਂਸਪੋਰਟ ਸੋਸ਼ਲ ਸਿਕਿਉਰਿਟੀ ਐਂਡ ਵਿਮਨ ਐਂਡ ਚਾਈਲਡ ਡਿਵੈਲਪਮੈਂਟ ਗਵਰਨਮੈਂਟ ਆਫ ਪੰਜਾਬ ਅਰੁਣਾ ਚੌਧਰੀ। ਸਹੀ ਆਨਸਰ ਹੈ ਜੀ ਅਰੁਣਾ ਚੌਧਰੀ। ਉਸ ਤੋਂ ਬਾਅਦ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਕਿਸ ਨੇ ਸੰਭਾਲਿਆ। ਤਾਂ ਇਹ ਇੰਪੋਰਟੈਂਟ ਹੈ ਨਿਊਜ਼ ਕਿਉਂਕਿ ਪਹਿਲਾਂ ਸੀਗੇ ਕੁਲਦੀਪ ਸਿੰਘ ਕਲੋਲ, ਹੁਣ ਜਿਹੜੇ ਨੇ ਅਸ਼ਵਨੀ ਸ਼ੇਖਰੀ ਜੀ ਨੇ। ਦੇਖ ਸਕਦੇ ਹੋ ਤੁਸੀਂ ਇਹ ਜਿਹੜੀ ਨਿਊਜ਼ ਹੈ ਰੀਸੈਂਟ ਨਿਊਜ਼ ਹੈ। ਅਸ਼ਵਨੀ ਸ਼ੇਖਰੀ ਅਸਿਊਮਡ ਚਾਰਜ ਐਜ਼ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਇਨ ਦੀ ਪ੍ਰੈਜ਼ੈਂਸ ਆਫ ਹੈਲਥ ਮਿਨਿਸਟਰ ਮਿਸਟਰ ਬਲਬੀਰ ਸਿੰਘ ਸਿੱਧੂ ਐਂਡ ਸੋਸ਼ਲ ਜਸਟਿਸ ਇੰਪਾਵਰਮੈਂਟ ਐਂਡ ਮਾਈਨੋਰਿਟੀਜ਼ ਸਾਧੂ ਸਿੰਘ ਧਰਮਸੋਤ। ਠੀਕ ਹੈ ਜੀ। ਇਹ ਆਪਣੇ ਵਾਸਤੇ ਇੰਪੋਰਟੈਂਟ ਹੋ ਜਾਂਦੀ ਨਿਊਜ਼।
ਉਸ ਤੋਂ ਬਾਅਦ ਸਥਾਈ ਸ਼ਹਿਰਾਂ ਅਤੇ ਭਾਈਚਾਰਿਆਂ ਲਈ ਸਸਟੇਨੇਬਲ ਡਿਵੈਲਪਮੈਂਟ ਗੋਲਸ ਵਿੱਚ ਇੰਡੀਆ ਇੰਡੈਕਸ 2020-21 ਵਿੱਚ ਪੰਜਾਬ ਦਾ ਰੈਂਕ। ਤਾਂ ਪੰਜਾਬ ਜਿਹੜਾ ਹੈ ਜੀ ਪਹਿਲੇ ਨੰਬਰ ਤੇ ਰਿਹਾ ਹੈ ਆਪਣੇ SDG ਸਸਟੇਨੇਬਲ ਡਿਵੈਲਪਮੈਂਟ ਗੋਲ ਇੰਡੀਆ 2021 ਦੇ ਵਿੱਚ। ਚੰਡੀਗੜ੍ਹ ਪੰਜਾਬ ਹੈਜ਼ ਰੈਂਕਡ ਨੰਬਰ 1 ਅਮੰਗ ਦਾ ਸਟੇਟਸ ਇਨ ਦੀ ਕੰਟਰੀ ਇਨ ਸਸਟੇਨੇਬਲ ਡਿਵੈਲਪਮੈਂਟ ਗੋਲਸ ਇੰਡੀਆ ਇੰਡੈਕਸ 2020 ਫॉर ਸਸਟੇਨੇਬਲ ਸਿਟੀਜ਼ ਐਂਡ ਕਮਿਊਨਿਟੀਜ਼ ਬਿਸਾਈਡ ਮੇਕਿੰਗ ਇਟ ਟੂ ਦ ਫਰੰਟ ਰਨਰ ਲਿਸਟ ਵਿਦ ਦ ਸਕੋਰ ਆਫ 68। ਇਹਦੇ ਨਾਲ ਦਾ ਇੱਕ ਕੁਐਸਚਨ ਅੱਗੇ ਵੀ ਆਏਗਾ। ਇਹ ਫਰੰਟ ਰਨਰ ਦੀ ਲਿਸਟ ਵਿੱਚ ਆ ਗਏ ਨੇ ਤੇ ਇਹਨਾਂ ਦਾ ਸਕੋਰ ਜਿਹੜਾ 68 ਬਣਿਆ। ਫਰੰਟ ਰਨਰ ਉਹ ਹੁੰਦਾ ਜਿਹੜਾ ਕਿ ਬਸ ਆਪਣੇ ਗੋਲ ਨੂੰ ਅਚੀਵ ਕਰਨ ਵਾਲਾ ਹੀ ਹੈ, ਬਹੁਤ ਨੇੜੇ ਹੈ ਆਪਣੇ ਗੋਲ ਦੇ, ਠੀਕ ਹੈ ਜੀ, ਉਹਨੂੰ ਫਰੰਟ ਰਨਰ ਕਹਿੰਦੇ ਨੇ। ਉਸ ਤੋਂ ਬਾਅਦ ਯੋਜਨਾ ਐਪ ਕਿਹੜੇ ਸ਼ਹਿਰ ਦੇ ਲੋਕਾਂ ਲਈ ਤਿਆਰ ਕੀਤਾ ਗਿਆ? ਤਾਂ ਇਹਦਾ ਸਹੀ ਆਨਸਰ ਤੁਸੀਂ ਦੇਖ ਸਕਦੇ ਹੋ, ਪਹਿਲਾਂ ਗੋਲਡ ਕੀਤਾ ਹੈ ਬਰਨਾਲਾ ਸਿਟੀ ਦੇ ਦੁਆਰਾ ਜਿਹੜਾ ਹੈਗਾ ਯੋਜਨਾ ਐਪ ਆਪਣੇ ਸ਼ਹਿਰ ਦੇ ਲੋਕਾਂ ਲਈ ਤਿਆਰ ਕੀਤਾ ਗਿਆ। ਇਹਦੇ ਵਿੱਚ ਲੋਕਾਂ ਦੀ ਸਹੂਲਤਾਂ ਲਈ ਜੋ ਯੋਜਨਾਵਾਂ ਹੁੰਦੀਆਂ ਜਾਂ ਉਹਨਾਂ ਦੇ ਆਪਣੇ ਡਿਸਟ੍ਰਿਕਟ ਨਾਲ ਰਿਲੇਟਡ ਇਨਫੋਰਮੇਸ਼ਨ ਉੱਤੇ ਪ੍ਰੋਵਾਈਡ ਕਰਵਾਈ ਜਾਏਗੀ। ਉਸ ਤੋਂ ਬਾਅਦ ਇਨ ਦੀ ਲੇਡੀਜ਼ ਐਨਕਲੋਜ਼ਰ ਜਿਸ ਨੇ ਵਿਸ਼ਵ ਰਿਕਾਰਡ ਕਾਇਮ ਕੀਤਾ, ਸਭ ਤੋਂ ਵੱਧ ਮਹਿੰਗੀ ਵਿਕਣ ਵਾਲੀ ਪੇਂਟਿੰਗ ਇਹ ਕਿਸ ਦੀ ਪੇਂਟਿੰਗ ਹੈ? ਤਾਂ ਇਹ ਹੈਗੀ ਹੈ ਜੀ ਅੰਮ੍ਰਿਤਾ ਸ਼ੇਰਗਿੱਲ। ਅੰਮ੍ਰਿਤਾ ਸ਼ੇਰਗਿੱਲ ਜੀ ਦੀ ਜਿਹੜੀ ਹੈ 1938 ਪੇਂਟਿੰਗ ਇਨ ਦੀ ਲੇਡੀਜ਼ ਟਾਈਟਲ ਇਨ ਦੀ ਲੇਡੀਜ਼ ਐਨਕਲੋਜ਼ਰ ਸੈਲਜ਼ ਫॉर ਵੋਪਿੰਗ 37.8 ਕਰੋੜ ਸੈਟਿੰਗ ਵਰਲਡ ਰਿਕਾਰਡ। ਠੀਕ ਹੈ ਜੀ, ਵਰਲਡ ਰਿਕਾਰਡ ਸੈੱਟ ਕੀਤਾ ਇਹਨੇ। 37.8 ਕਰੋੜ ਰੁਪਏ ਦੀ ਜਿਹੜਾ ਆਕਸ਼ਨ ਹੋਇਆ ਸੀ ਉਹਦੇ ਵਿੱਚ ਇਹ ਪੇਂਟਿੰਗ ਵਿਕੀ ਹੈ। ਠੀਕ ਹੈ ਜੀ, ਅੰਮ੍ਰਿਤਾ ਸ਼ੇਰਗਿੱਲ ਤੁਸੀਂ ਯਾਦ ਰੱਖਣਾ ਹੈ। ਤੁਸੀਂ ਇੱਥੋਂ ਵੀ ਜਾਂ ਤਾਂ ਕੁਐਸਚਨ ਦੇ ਆਨਸਰ ਵਿੱਚ ਅੰਮ੍ਰਿਤਾ ਸ਼ੇਰਗਿੱਲ ਤੋਂ ਪੁੱਛਿਆ ਸਕਦੇ ਜਾਂ ਫਿਰ ਇਨ ਦੀ ਲੇਡੀਜ਼ ਐਨਕਲੋਜ਼ਰ, ਇਹ ਇੰਪੋਰਟੈਂਟ ਹੈ, ਇਹ ਤੁਸੀਂ ਖਿਆਲ ਰੱਖਣਾ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ ਪਹਿਲ ਕਿਸ ਨੇ ਕੀਤੀ ਸੀ? ਤਾਂ ਜਿਹੜਾ ਇਹ ਪ੍ਰਸਤਾਵਨਾ ਜਿਹੜੀ ਹੈ ਪੇਸ਼ ਕੀਤੀ ਗਈ ਸੀ ਪਿਊਸ਼ ਗੋਇਲ ਜੀ ਦੁਆਰਾ, ਠੀਕ ਹੈ, 2019 ਦੇ ਬਜਟ ਵਿੱਚ। ਬਟ ਇਸ ਨੂੰ ਜਿਹੜਾ ਹੈਗਾ ਲਾਂਚ ਕੀਤਾ ਗਿਆ ਪ੍ਰਧਾਨ ਮੰਤਰੀ ਆਪਣੇ ਤੁਹਾਨੂੰ ਪਤਾ ਨਰਿੰਦਰ ਮੋਦੀ ਜੀ ਦੁਆਰਾ। ਤਾਂ ਇਹ ਇੰਪੋਰਟੈਂਟ ਹੈ, ਤੁਹਾਨੂੰ ਪਤਾ ਇਸ ਟਾਈਮ ਫਾਰਮ ਲਾਅ ਦੇ ਰਿਲੇਟਡ ਪ੍ਰੋਟੈਸਟ ਵੀ ਚੱਲ ਰਹੇ, ਤਾਂ ਫਾਰਮ ਨਾਲ ਰਿਲੇਟਡ ਕੋਈ ਵੀ ਨਿਊਜ਼ ਜਿਹੜੀ ਹੈ ਉਹ ਇੰਪੋਰਟੈਂਟ ਹੋ ਜਾਂਦੀ ਹੈ ਆਪਣੇ ਵਾਸਤੇ, ਤੁਸੀਂ ਖਿਆਲ ਰੱਖਣਾ। ਇਹਦੇ ਵਿੱਚ ਤਾਂ ਮੈਂ ਤੁਹਾਨੂੰ ਆਪਸ਼ਨ ਸੀ ਨਰਿੰਦਰ ਮੋਦੀ ਦਿੱਤਾ ਨਹੀਂ ਹੈਗਾ, ਬਟ ਜੇ ਨਰਿੰਦਰ ਮੋਦੀ ਦਿੱਤਾ ਹੋਵੇ ਤਾਂ ਤੁਸੀਂ ਜ਼ਰੂਰ ਤੁਸੀਂ ਉੱਤੇ ਹੀ ਟਿਕ ਕਰੋਗੇ, ਜੋ ਕਿ ਤਾਂ ਕਿ ਮਤਲਬ ਤੁਹਾਡਾ ਆਨਸਰ ਜਿਹੜਾ ਗਲਤ ਹੋ ਜਾਏਗਾ, ਤਾਂ ਖਿਆਲ ਰੱਖਣਾ ਤੁਸੀਂ। ਉਸ ਤੋਂ ਬਾਅਦ PM ਕਿਸਾਨ ਮੋਬਾਈਲ ਐਪ ਮੰਤਰਾਲੇ ਦੁਆਰਾ ਕਿਸ ਮੰਤਰਾਲੇ ਦੁਆਰਾ ਲਾਂਚ ਕੀਤਾ ਗਿਆ? ਇਸ ਮੰਤਰਾਲੇ ਦਾ ਲਾਂਚ ਕੀਤਾ ਮਿਨਿਸਟਰੀ ਆਫ ਇਲੈਕਟ੍ਰੋਨਿਕਸ ਐਂਡ ਇਨਫੋਰਮੇਸ਼ਨ ਟੈਕਨੋਲੋਜੀ। ਠੀਕ ਹੈ ਜੀ, ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਆਪਸ਼ਨ ਦੇ ਵਿੱਚ ਮਿਨਿਸਟਰੀ ਆਫ ਐਗਰੀਕਲਚਰ ਐਂਡ ਫਾਰਮਰ ਵੈਲਫੇਅਰ ਹੈ। ਤੁਸੀਂ ਸਭ ਤੋਂ ਜ਼ਿਆਦਾ ਭੁਲੇਖਾ ਇੱਥੇ ਹੀ ਪੈਣਾ ਲੋਕਾਂ ਦਾ, ਬਟ ਇੱਥੇ ਆਨਸਰ ਗਲਤ ਹੋ ਜਾਣਾ, ਤਾਂ ਹੀ ਕਰਕੇ ਮੈਂ ਕੁਐਸਚਨ ਇਨਕਲੂਡ ਕੀਤਾ। ਤੇ ਇਸ ਟਾਈਮ ਜੇ ਆਪਾਂ ਨੂੰ ਪੁੱਛਿਆ ਮਿਨਿਸਟਰੀ ਆਫ ਇਲੈਕਟ੍ਰੋਨਿਕਸ ਐਂਡ ਇਨਫੋਰਮੇਸ਼ਨ ਟੈਕਨੋਲੋਜੀ ਦੇ ਮਿਨਿਸਟਰ ਕਿਹੜੇ ਨੇ, ਤਾਂ ਅਸ਼ਵਨੀ ਵੈਸ਼ਨਵ। ਮਿਸਟਰ ਅਸ਼ਵਨੀ ਵੈਸ਼ਨਵ ਜੀ ਜਿਹੜੇ ਨੇ ਉਹ ਇਸ ਟਾਈਮ ਮਿਨਿਸਟਰੀ ਆਫ ਇਲੈਕਟ੍ਰੋਨਿਕਸ ਐਂਡ ਇਨਫੋਰਮੇਸ਼ਨ ਟੈਕਨੋਲੋਜੀ ਦੇ ਮਿਨਿਸਟਰ ਨੇ। ਤੇ ਹੁਣ ਤੁਹਾਨੂੰ ਪਤਾ ਆਪਣੇ ਮਿਨਿਸਟਰੀ ਦੇ ਵਿੱਚ ਜਿਹੜੀਆਂ ਚੇਂਜਸ ਹੋਈਆਂ ਨੇ ਪੋਰਟਫੋਲੀਓਜ਼, ਜਿਹੜੇ ਕੁਝ ਮਿਨਿਸਟਰਸ ਤੋਂ ਲੈ ਕੇ ਕੁਝ ਹੋਰ ਉਹਦੇ ਵਿੱਚ ਐਡ ਕਰਕੇ ਕਿਸੇ ਹੋਰ ਨੂੰ ਦਿੱਤੇ ਗਏ ਨੇ, ਕੁਝ ਸੇਮ ਵੀ ਨੇ, ਤਾਂ ਤੁਸੀਂ ਇਹ ਖਿਆਲ ਰੱਖਣੇ ਨੇ। ਠੀਕ ਹੈ ਜੀ, ਪੜ੍ਹ ਲਿਓ ਇਹ, ਕਿਉਂਕਿ ਹੈੱਡ ਕਾਂਸਟੇਬਲ ਦੇ ਇੰਟੈਲੀਜੈਂਸ ਦੇ ਵਿੱਚ ਇਹਦੇ ਤੋਂ ਕੁਐਸਚਨ ਪੁੱਛੇ ਜਾ ਚੁੱਕੇ ਨੇ। ਤੁਹਾਨੂੰ ਡਾਇਰੈਕਟ ਮਿਨਿਸਟਰੀ ਦਾ ਨਾਂ ਦੱਸਿਆ ਹੋਏਗਾ ਤੇ ਪੁੱਛਿਆ ਜਾਏਗਾ ਕਿ ਇਹ ਹੁਣ ਮਿਨਿਸਟਰੀ ਜਿਹੜੀ ਹੈ ਇਹਦੇ ਮਿਨਿਸਟਰ ਕਿਹੜੇ ਨੇ। ਕਿਹੜੀ ਸੜਕ ਦਾ ਨਾਂ ਦੀਵਾਨ ਟੋਡਰਮਲ ਮਾਰਗ ਦੇ ਨਾਂ ਤੇ ਰੱਖਣ ਦਾ ਫੈਸਲਾ ਕੀਤਾ ਹੈ? ਤਾਂ ਇਹਦਾ ਸਹੀ ਆਨਸਰ ਹੈ ਜੀ ਫਤਿਹਗੜ੍ਹ ਸਾਹਿਬ ਰੋਡ ਹੈ। ਦੀ ਸਟੇਟ ਗਵਰਨਮੈਂਟ ਹੈਜ਼ ਰੀਨੇਮਡ ਦੀ ਰੋਡ ਕਨੈਕਟਿੰਗ ਜਹਾਜ਼ ਹਵੇਲੀ। ਜਾਂ ਤਾਂ ਆਪਸ਼ਨ ਦੇ ਵਿੱਚ ਇਹ ਦੇਖਣ ਨੂੰ ਮਿਲੇਗਾ ਤੁਹਾਨੂੰ ਜਹਾਜ਼ ਹਵੇਲੀ, ਜਾਂ ਫਿਰ ਆਪਸ਼ਨ ਵਿੱਚ ਦੇਖਣ ਨੂੰ ਮਿਲੇਗਾ ਮਤਲਬ ਕੁਐਸਚਨ ਦੇ ਅਕੋਰਡਿੰਗ ਆਨਸਰ ਇੱਦਾਂ ਤੋਂ ਬਣਾਉਣਗੇ ਕਿ ਜਾਂ ਫਿਰ ਟੋਡਰਮਲ ਰੈਜ਼ੀਡੈਂਸ ਦੇ ਨਾਂ ਤੋਂ ਬਣਾਉਣਗੇ ਕੁਐਸਚਨ। ਤੁਸੀਂ ਖਿਆਲ ਰੱਖਣਾ ਫਤਿਹਗੜ੍ਹ ਸਾਹਿਬ ਰੋਡ ਦਾ ਨਾਮ ਜਿਹੜੀ ਕਨੈਕਟਿੰਗ ਜਹਾਜ਼ ਹਵੇਲੀ ਨੂੰ ਕਨੈਕਟ ਕਰਦੇ ਸੀ ਟੋਡਰਮਲ ਰੈਜ਼ੀਡੈਂਸ ਦੇ ਨਾਲ, ਤਾਂ ਉਹਨਾਂ ਦਾ ਨਾਂ ਚੇਂਜ ਕਰਕੇ ਰੱਖਿਆ ਗਿਆ ਦੀਵਾਨ ਟੋਡਰਮਲ ਮਾਰਗ। ਪੰਜਾਬ ਦਾ ਵਧੀਕ ਸਕੱਤਰ ਕੌਣ ਹੈ? ਤਾਂ ਅਨਿਰੁੱਧ ਤਿਵਾਰੀ ਜੀ ਨੇ ਵਧੀਕ ਸਕੱਤਰ ਨੂੰ ਆਪਾਂ ਅੰਗਰੇਜ਼ੀ 'ਚ ਕਹਿ ਦਿੰਦੇ ਹਾਂ ਐਡੀਸ਼ਨਲ ਚੀਫ ਸੈਕਟਰੀ, ਕਿਉਂਕਿ ਤੁਹਾਨੂੰ ਪਤਾ ਅੰਗਰੇਜ਼ੀ ਵਿੱਚ ਕਈ ਵਾਰੀ ਪੰਜਾਬੀ 'ਚ ਬੜਾ ਅੰਗਰੇਜ਼ੀ 'ਚ ਯਾਦ ਨਹੀਂ ਰਹਿੰਦਾ। ਅਨਿਰੁੱਧ ਤਿਵਾਰੀ ਐਡੀਸ਼ਨਲ ਚੀਫ ਸੈਕਟਰੀ ਐਗਰੀਕਲਚਰ ਹਾਰਟੀਕਲਚਰ ਫੂਡ ਪ੍ਰੋਸੈਸਿੰਗ ਐਂਡ ਗਵਰਨੈਂਸ ਰਿਫਾਰਮਸ ਐਟ ਗਵਰਨਮੈਂਟ ਆਫ ਪੰਜਾਬ। ਠੀਕ ਹੈ ਜੀ, ਤੁਸੀਂ ਖਿਆਲ ਰੱਖਣਾ। ਬਾਹਰੀ ਸਵੱਛਤਾ ਰਹਿਤ ਸਹੂਲਤਾਂ ਦੀ ਸ਼੍ਰੇਣੀ ਵਿੱਚ ਕਿਹੜਾ ਰਾਜ ਦੇਸ਼ ਦੀਆਂ 99.83% ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਮੁੱਲੀਆਂ ਸਹੂਲਤਾਂ ਨਾਲ ਜਨਤਕ ਪਖਾਨਿਆਂ ਨੂੰ ਬਰਕਰਾਰ ਰੱਖਦੇ ਹੋਏ ਦੇਸ਼ ਵਿੱਚ ਸਭ ਤੋਂ ਉੱਪਰ ਰਿਹਾ ਹੈ? ਤਾਂ ਇਹਦਾ ਸਹੀ ਆਨਸਰ ਹੈ ਜੀ ਪੰਜਾਬ। ਠੀਕ ਹੈ ਜੀ, ਕਿ ਪੰਜਾਬ ਦਾ ਅਬੋਹਰ ਜ਼ਿਲ੍ਹਾ ਜਿਹੜਾ ਪੂਰਾ ਟੋਟਲੀ ਫ੍ਰੀ ਹੋ ਚੁੱਕਾ ਹੈ। ਇਹਦੇ ਵਿੱਚ ਨਾ ਜਿਹੜੀਆਂ ਪਬਲਿਕ ਟੋਇਲਟਸ ਹੁੰਦੇ ਆ ਤੇ ਉਹਨਾਂ ਨੂੰ ਸਾਫ਼ ਸਫਾਈ ਦੇ ਰਿਲੇਟਡ ਇਹ ਹੁੰਦੀ ਹੈ। ਤੇ ਇਹਦੇ ਵਿੱਚ ਅਬੋਹਰ ਜਿਹੜਾ ਮਤਲਬ ਉਹਨੇ ਪੂਰਾ ਮੁਕਤ ਹੋ ਗਿਆ। ਉੱਥੇ ਜਿਹੜਾ ਹੈਗਾ ਪਬਲਿਕ ਟੋਇਲਟ ਜਿਹੜੇ ਨੇ ਕਾਫੀ ਕਲੀਨ ਐਂਡ ਸਾਫ਼ ਸੁਥਰੇ ਹਰੇਕ ਜਗ੍ਹਾ ਤੇ ਬਣਾਏ ਜਾ ਚੁੱਕੇ ਨੇ, ਤੇ ਹੋਰ ਵੀ ਆਪਣੇ ਡਿਸਟ੍ਰਿਕਟ ਦੇ ਵਿੱਚ ਇਸ ਰਿਲੇਟਡ ਕੰਮ ਚੱਲ ਰਿਹਾ। ਇਸ ਟਾਈਮ ਪੰਜਾਬ ਜਿਹੜਾ ਸਭ ਤੋਂ ਟੌਪ ਤੇ। ਪਾਣੀ ਬਚਾਓ ਪੈਸੇ ਕਮਾਓ ਸਕੀਮ ਕਿਸ ਰਾਜ ਸਰਕਾਰ ਦੀ ਹੈ? ਤਾਂ ਇਹ ਪੰਜਾਬ ਰਾਜ ਸਰਕਾਰ ਦੀ ਸਕੀਮ ਹੈ।
ਤੁਹਾਨੂੰ ਨਾਮ ਤੋਂ ਹੀ ਪਤਾ ਲੱਗ ਰਿਹਾ ਹੈਗਾ, ਪਾਣੀ ਬਚਾਓ ਤੇ ਪੈਸੇ ਕਮਾਓ ਪੰਜਾਬ ਸਰਕਾਰ। ਠੀਕ ਹੈ ਜੀ। 2020 ਟੋਕੀਓ 올림픽 ਵਿੱਚ ਭਾਰਤੀ ਹਾਕੀ ਟੀਮ ਦੇ ਕਪਤਾਨ ਕੌਣ ਸੀ? ਦੇਖਿਆ ਤੁਸੀਂ, ਫਿਰ ਕੁਐਸਚਨ ਆ ਗਿਆ। ਹਾਕੀ ਟੀਮ ਦੇ ਭਾਰਤੀ ਕਪਤਾਨ ਮਨਪ੍ਰੀਤ ਸਿੰਘ। ਤੇ ਟੋਕੀਓ 올림픽 ਸੇ ਰਿਲੇਟਡ ਮੈਂ ਤੁਹਾਨੂੰ ਸਾਰਾ ਕੁਝ ਦੱਸ ਚੁੱਕਿਆ ਪਿੱਛੇ, ਤਾਂ ਉਹ ਤੁਸੀਂ ਖਿਆਲ ਰੱਖਣਾ। ਇੱਕ ਕੁਐਸਚਨ ਰਹਿ ਗਿਆ ਸੀਗਾ ਦੱਸਣਾ, ਜਿਹੜਾ ਨੀਰਜ ਚੋਪੜਾ ਨੇ ਵਰਲਡ ਰੈਂਕਿੰਗ ਦੇ ਵਿੱਚ ਜੈਵਲਿਨ ਥਰੋ ਦੇ ਵਿੱਚ ਵਰਲਡ ਰੈਂਕਿੰਗ ਜਿਹੜੀ ਐਥਲੀਟਸ ਦੀ ਜਾਰੀ ਹੋਈ ਹੈ ਉਹਦੇ ਵਿੱਚ ਕਿੰਨਵਾਂ ਰੈਂਕ ਮਿਲਿਆ ਆਫਟਰ ਵਿਨਿੰਗ ਗੋਲਡ ਇਨ ਟੋਕੀਓ 올림픽ਸ? ਤਾਂ ਦਾ ਸਹੀ ਆਨਸਰ ਹੋਏਗਾ ਜੀ 2 ਰੈਂਕ। ਇਹ 14 ਪੋਜੀਸ਼ਨ ਜੰਪ ਕਰਕੇ ਜਿਹੜਾ ਹੁਣ ਇਹਨਾਂ ਨੇ 14 ਪੋਜੀਸ਼ਨ ਥੱਲੇ ਸੀ, ਹੁਣ ਇਹ ਦੂਜੇ ਰੈਂਕ ਤੇ ਆ ਗਏ ਨੇ ਵਰਲਡ ਐਥਲੀਟ ਦੇ ਵਿੱਚ ਨੀਰਜ ਚੋਪੜਾ ਜੀ ਗੋਲਡ ਜਿੱਤਣ ਤੋਂ ਬਾਅਦ। ਠੀਕ ਹੈ, ਇਹ ਕੁਐਸਚਨ ਪੁੱਛਿਆ ਵੀ ਜਾ ਚੁੱਕਿਆ ਆਪਣੇ ਹੈੱਡ ਕਾਂਸਟੇਬਲ ਦੇ ਵਿੱਚ। ਠੀਕ ਹੈ ਜੀ, ਤੁਸੀਂ ਖਿਆਲ ਰੱਖਣਾ। ਇਸ ਚੈਨਲ ਦੇ ਉੱਤੇ ਹੈੱਡ ਕਾਂਸਟੇਬਲ ਤੇ ਇੰਟੈਲੀਜੈਂਸ ਦੇ ਜੀਕੇ ਦੇ ਰਿਲੇਟਡ ਸਾਰੇ ਕੁਐਸਚਨ ਜਿਹੜੇ ਐਨਾਲਿਸਿਸ ਕੀਤੇ ਹੋਏ ਆ। ਤੁਹਾਨੂੰ ਪਤਾ ਉਹੀ ਕੁਐਸਚਨ ਜਿਹੜੇ ਕਈ ਵਾਰੀ ਰਿਪੀਟ ਹੋ ਜਾਂਦੇ ਆ, ਤੁਸੀਂ ਜੇ ਦੇਖਣਾ ਚਾਹੋ ਤਾਂ ਵਿਜ਼ਿਟ ਚੈਨਲ ਤੇ ਵਿਜ਼ਿਟ ਕਰਕੇ ਦੇਖ ਸਕਦੇ ਹੋ। ਕਿੰਨੇ ਪ੍ਰਤੀਸ਼ਤ ਖਿਡਾਰੀ ਪੰਜਾਬ ਨਾਲ ਸੰਬੰਧਿਤ ਹਨ ਜਿਹੜੇ ਇਸ ਸਾਲ 올림픽 ਵਿੱਚ ਭੇਜੇ ਗਏ? ਤਾਂ ਜਿਹੜੇ 14% ਨੇ ਪੰਜਾਬ ਨਾਲ ਰਿਲੇਟਡ ਨੇ। ਇਹ ਸੈਕੰਡ ਨੰਬਰ ਤੇ ਪੰਜਾਬ ਹੈ, ਫਸਟ ਜਿਹੜਾ ਹਰਿਆਣਾ। ਸਭ ਤੋਂ ਜ਼ਿਆਦਾ ਹਰਿਆਣਾ ਤੋਂ ਪਲੇਅਰ ਗਏ ਨੇ 올림픽 ਦੇ ਵਿੱਚ ਸਿਲੈਕਟ ਹੋਏ ਨੇ, ਤੇ ਹੁਣ ਜਿਹੜੇ ਨੇ ਪੰਜਾਬ ਦੇ ਵਿੱਚ 14%। ਠੀਕ ਹੈ ਜੀ, ਦੂਜੇ ਨੰਬਰ ਤੇ ਪੰਜਾਬ। ਸੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜਨਮ ਤੋਂ ਲੈ ਕੇ ਸ਼ਹਾਦਤ ਤੱਕ ਦੇ ਅਧਿਆਤਮਿਕ ਯਾਤਰਾ ਨੂੰ ਦਰਸਾਉਂਦੀ ਇੱਕ ਕਾਫੀ ਟੇਬਲ ਕਿਤਾਬ ਫੌਜ ਨੂੰ ਇਹ ਭੇਟ ਕੀਤੀ ਗਈ ਸੀ। ਕਿਹਨੂੰ ਭੇਟ ਕੀਤੀ ਗਈ ਸੀ? ਤਾਂ ਹਰਪ੍ਰੀਤ ਸੰਧੂ ਇਹਦਾ ਸਹੀ ਆਨਸਰ ਹੈ। A coffee table book, Spiritual Journey of Guru Tegh Bahadur Sahib, authored by lawyer Harpreet Sadhu, was released here. The book has been compiled in collaboration with Punjab Pollution Control Board Chairman Professor S.S. Marwaha and is dedicated to the 400ਵਾਂ birth anniversary of Guru Tegh Bahadur ਜੀ। ਠੀਕ ਹੈ ਜੀ, ਤੁਸੀਂ ਯਾਦ ਰੱਖਣੀ ਹੈ। ਪੰਜਾਬ ਅਤੇ ਪਿੰਡਾਂ ਵਿੱਚ ਹਰ ਸਾਲ ਕਿੰਨੇ ਕਰੋੜ ਦੀ ਬਿਜਲੀ ਦੀ ਚੋਰੀ ਹੁੰਦੀ ਹੈ? ਤਾਂ ਤੁਹਾਨੂੰ ਪਤਾ ਆਪਣੇ ਪੰਜਾਬ ਦੇ ਪਿੰਡਾਂ ਵਿੱਚ ਲੋਕ ਕੁੰਡੀਆਂ ਲਾਉਂਦੇ ਨੇ, ਤੇ ਹੁਣ ਤਾਂ ਕਾਫੀ ਘਟ ਗਿਆ ਹੈ ਜਦ ਤੋਂ ਮੀਟਰ ਲੱਗਣੇ ਬਾਅਦ ਸ਼ੁਰੂ ਹੋ ਗਏ ਨੇ, ਬਟ ਫਿਰ ਵੀ ਦੇਖੋ 1200 ਕਰੋੜ ਰੁਪਏ ਦੀ ਅਮਾਊਂਟ ਬਹੁਤ ਜ਼ਿਆਦਾ ਹੁੰਦੀ ਹੈ। ਤਾਂ ਇਹ ਬਿਜਲੀ ਚੋਰੀ ਦਾ ਮੈਂ ਕਿਉਂ ਲਿਖਿਆ ਇਹਦੇ ਵਿੱਚ ਇਨਕਲੂਡ ਕੀਤਾ, ਕਿਉਂਕਿ ਸਮਾਰਟ ਪਾਵਰ ਮੀਟਰ ਪ੍ਰੋਜੈਕਟ ਜਿਹੜਾ PSPCL ਦੇ ਦੁਆਰਾ ਚਲਾਇਆ ਗਿਆ, ਹੁਣ ਸਮਾਰਟ ਪਾਵਰ ਮੀਟਰ ਪ੍ਰੋਜੈਕਟ ਬਾਈ PSPCL ਤੇ ਇਹਦੇ ਰਾਹੀਂ ਜਿਹੜੇ 96,000 ਮੀਟਰ ਜਿਹੜੇ ਨੇ ਸਮਾਰਟ ਮੀਟਰਸ ਲਗਾਏ ਜਾਣਗੇ ਤਾਂ ਕਿ ਬਿਜਲੀ ਦੀ ਚੋਰੀ ਨੂੰ ਜਿਹੜਾ ਹੈਗਾ ਰੋਕਿਆ ਜਾ ਸਕੇ। ਇਹਨਾਂ ਵਿੱਚੋਂ ਕਿਸ ਨੇ 103 ਸਾਲ ਦੀ ਉਮਰ ਵਿੱਚ ਰਾਸ਼ਟਰਪਤੀ ਕੋਲੋਂ ਨਾਰੀ ਸ਼ਕਤੀ ਪੁਰਸਕਾਰ ਪ੍ਰਾਪਤ ਕੀਤਾ ਹੈ? ਤਾਂ ਮਾਨ ਕੌਰ ਜੀ ਨੇ। ਠੀਕ ਹੈ ਜੀ, ਰਾਸ਼ਟਰੀ ਨਾਰੀ ਸ਼ਕਤੀ ਪੁਰਸਕਾਰ ਪ੍ਰਾਪਤ ਕੀਤਾ ਹੈ। ਪੰਜਾਬ ਵਿੱਚ ਕਰਮਵਾਰ ਨਹਿਰ, ਇਹ ਇੱਥੇ ਨਹਿਰ ਹੈ ਜੀ, ਅਤੇ ਟਿਊਬਵੈੱਲ ਸਿੰਚਾਈ ਕਿੰਨੇ ਖੇਤਰਫਲ ਵਿੱਚ ਸ਼ਾਮਿਲ ਹੈ? ਇਹਦਾ ਸਹੀ ਆਨਸਰ ਹੈ ਜੀ 27 ਦੇ ਵਿੱਚ ਨਹਿਰ ਤੇ 73 ਦੇ ਵਿੱਚ ਟਿਊਬਵੈੱਲ ਸਿੰਚਾਈ ਸ਼ਾਮਿਲ ਕੀਤੀ ਗਈ। ਪੰਜਾਬ ਦੇ ਬੇਰੁਜ਼ਗਾਰ ਯੂਥ ਨੂੰ ਟੂ ਵੀਲਰ ਖਰੀਦਣ ਤੇ ਸਬਸਿਡੀ ਮਿਲਦੀ ਹੈ, ਇਸ ਯੋਜਨਾ ਦਾ ਕੀ ਨਾਮ ਹੈ? ਤਾਂ ਇਹ ਕੁਐਸਚਨ ਜਿਹੜਾ ਹੈਗਾ ਆਪਣੇ ਪੁੱਛਿਆ ਜਾ ਚੁੱਕਾ ਇੰਟੈਲੀਜੈਂਸ ਵਿੱਚ ਸ਼ਾਇਦ, ਤੇ ਇਹਦਾ ਸਹੀ ਆਨਸਰ ਹੈ ਜੀ ਆਪਣੀ ਗੱਡੀ ਆਪਣਾ ਰੋਜ਼ਗਾਰ। ਪੰਜਾਬ ਦੇ ਬੇਰੁਜ਼ਗਾਰ ਯੂਥ ਨੂੰ 2 ਵੀਲਰ ਖਰੀਦਣ ਤੇ ਸਬਸਿਡੀ ਮਿਲਦੀ ਹੈ ਪੰਜਾਬ ਸਰਕਾਰ ਦੁਆਰਾ। ਠੀਕ ਹੈ ਜੀ। ਉਸ ਤੋਂ ਬਾਅਦ ਵਿਚ ਆਫ ਦੀ ਫੋਲੋਇੰਗ ਇਜ਼ ਦ ਐਡਵੋਕੇਟ ਜਨਰਲ ਆਫ ਪੰਜਾਬ? ਹੇਠ ਲਿਖਿਆ ਵਿੱਚ ਕਿਹੜਾ ਪੰਜਾਬ ਦਾ ਐਡਵੋਕੇਟ ਜਨਰਲ ਹੈ? ਤਾਂ ਮਿਸਟਰ ਅਤੁਲ ਨੰਦਾ ਜੀ ਜਿਹੜੇ ਨੇ ਪੰਜਾਬ ਦੇ ਐਡਵੋਕੇਟ ਜਨਰਲ। ਐਡਵੋਕੇਟ ਜਨਰਲ ਤੁਹਾਨੂੰ ਪਤਾ ਇਹਦੇ ਉੱਤੇ ਕੁਐਸਚਨ ਪੁੱਛਿਆ ਜਾ ਸਕਦਾ ਹੈ। ਐਡਵੋਕੇਟ ਜਨਰਲ ਨੂੰ ਜੇ ਪੁੱਛਣ ਕਿ ਅਪਾਇੰਟ ਕੌਣ ਕਰ ਸਕਦਾ ਹੈ ਤਾਂ ਗਵਰਨਰ। ਠੀਕ ਹੈ ਜੀ, ਕਨਸਟੀਟਿਊਸ਼ਨ ਵਿੱਚ ਇਹਦਾ ਕੋਈ ਪ੍ਰਾਵਧਾਨ ਨਹੀਂ ਹੈ ਕਿ ਕਿੰਨੀ ਆਫਿਸ ਟਾਈਮ ਮਤਲਬ ਇਹਨਾਂ ਦਾ ਕਾਰਜਕਾਲ ਕਿੰਨਾ ਤੱਕ ਰਹੇਗਾ, ਇਹ ਸਭ ਗਵਰਨਰ ਦੀ ਪਲੇਜ਼ਰ ਦੇ ਅਕੋਰਡਿੰਗ ਹੀ ਡਿਸਾਈਡ ਕੀਤਾ ਜਾਂਦਾ ਹੈ। ਤਾਂ ਅਤੁਲ ਨੰਦਾ ਨੇ ਇਸ ਟਾਈਮ ਐਡਵੋਕੇਟ ਜਨਰਲ ਆਫ ਪੰਜਾਬ। ਅਨਐਮਪਲੋਇਡ ਯੂਥ would be imparted free training on army recruitment rally under which scheme? ਬੇਰੁਜ਼ਗਾਰ ਨੌਜਵਾਨਾਂ ਨੂੰ ਕਿਸ ਸਕੀਮ ਦੇ ਅਧੀਨ ਫੌਜ ਭਰਤੀ ਰੈਲੀ ਦੀ ਮੁਫਤ ਸਿਖਲਾਈ ਦਿੱਤੀ ਜਾਏਗੀ? ਡੋਰ ਟੂ ਡੋਰ ਇੰਪਲੋਇਮੈਂਟ ਸਕੀਮ ਹੈ ਪੰਜਾਬ ਗਵਰਨਮੈਂਟ ਦੀ, ਇਹਦੇ ਰਾਹੀਂ ਬੇਰੁਜ਼ਗਾਰ ਨੌਜਵਾਨਾਂ ਨੂੰ ਜਿਹੜਾ ਹੈਗਾ ਭਰਤੀ ਰੈਲੀ ਦੀ ਮੁਫਤ ਸਿਖਲਾਈ ਦਿੱਤੀ ਜਾਏਗੀ। ਪੰਜਾਬ ਸੈਟਸ ਟੂ ਐਲੀਮੀਨੇਟ ਹੈਪੇਟਾਈਟਸ ਸੀ ਟਿਲ ਵਿਚ ਈਅਰ? ਪੰਜਾਬ ਕਿਸ ਸਾਲ ਤੱਕ ਹੈਪੇਟਾਈਟਸ ਸੀ ਜਿਹੜਾ ਨੂੰ ਖਤਮ ਕਰਨ ਦਾ ਟੀਚਾ ਰੱਖਦਾ ਹੈ? ਸਹੀ ਆਨਸਰ ਹੈ ਜੀ 2030 ਤੱਕ ਪੰਜਾਬ ਨੇ ਮਤਲਬ ਟਾਰਗੇਟ ਰੱਖਿਆ ਕਿ ਹੈਪੇਟਾਈਟਸ ਸੀ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਗਾ। ਇਨ ਹਾਊ ਮੈਨੀ 올림픽 ਗੇਮਸ ਲੈਜੈਂਡਰੀ ਐਥਲੀਟ ਪਦਮ ਸ਼੍ਰੀ ਮਿਲਖਾ ਸਿੰਘ ਰੈਪਰੈਜ਼ੈਂਟਡ ਇੰਡੀਆ? ਪਦਮ ਸ਼੍ਰੀ ਮਿਲਖਾ ਸਿੰਘ ਜਿਹੜੇ ਨੇ ਉਹਨਾਂ ਦਾ ਪਤਾ ਤੁਹਾਨੂੰ ਦੇਹਾਂਤ ਹੋ ਚੁੱਕਾ ਹੈ, ਉਹਨੇ ਕੋਰੋਨਾ ਜਿਹੜਾ ਚੱਲਦਾ ਪਿਆ ਸੀ, ਕੋਵਿਡ ਦੀ ਸੈਕਿੰਡ ਵੇਵ ਚੱਲਦੀ ਪਈ ਸੀ ਸ਼ਾਇਦ, ਤੇ ਇਸੇ ਸਾਲ, ਤੇ ਉਹਨਾਂ ਦੀ ਵਾਈਫ ਦਾ ਵੀ ਜਿਹੜਾ ਹੈਗਾ ਨਿਧਾਨ ਹੋ ਚੁੱਕਿਆ ਹੈ, ਮਤਲਬ ਉਹ ਵੀ ਨਹੀਂ ਰਹੇ ਹੁਣ। ਤੇ ਮਿਲਖਾ ਸਿੰਘ ਬਾਰੇ ਤਾਂ ਸਾਰਿਆਂ ਨੂੰ ਪਤਾ ਹੈ, ਠੀਕ ਹੈ ਜੀ, ਐਥਲੀਟ ਸੀਗੇ। ਤੇ ਜੇ ਇਹਨਾਂ ਦੀ ਵਾਈਫ ਬਾਰੇ ਵੀ ਪੁੱਛਿਆ ਜਾ ਸਕਦਾ ਹੈ, ਵਾਈਫ ਦਾ ਨਾਮ ਸੀਗਾ ਜੀ ਨਿਰਮਲ ਸੈਣੀ। ਤੇ ਇਹ ਜਿਹੜੇ ਸੀਗੇ ਨੇ ਵਾਲੀਬਾਲ ਪਲੇਅਰ ਸੀਗੇ, ਵਾਲੀਬਾਲ ਗੇਮ ਨਾਲ ਸੰਬੰਧ ਰੱਖਦੇ ਸੀ, ਤੈਨੂੰ ਇਹਦੇ ਤੇ ਕੁਐਸਚਨ ਵੀ ਆ ਸਕਦਾ ਹੈ।
ਤੇ ਜੇ ਪੁੱਛਣ ਵੀ ਇਹਦੇ ਵਿੱਚ ਇਹ ਵੀ ਪੁੱਛਿਆ ਜਾ ਸਕਦਾ ਕਿ ਜਿਹੜੇ ਕੈਪਟਨ ਸੀਗੇ ਇੰਡੀਅਨ ਵੂਮਨ ਨੈਸ਼ਨਲ ਵਾਲੀਬਾਲ ਟੀਮ ਦੇ, ਠੀਕ ਹੈ ਜੀ। ਤਾਂ ਤੁਸੀਂ ਇਹ ਖਿਆਲ ਰੱਖਣੀਆਂ ਚੀਜ਼ਾਂ। 13 ਜੂਨ 2021 ਨੂੰ ਜਿਹੜਾ ਇਹਨਾਂ ਦਾ ਦੇਹਾਂਤ ਹੋਇਆ। ਤੇ ਆਪਣਾ ਕੁਐਸਚਨ ਸੀਗਾ ਕਿੰਨੀਆਂ ਓਲੰਪਿਕ ਖੇਡਾਂ 'ਚ ਮਹਾਨ ਐਥਲੀਟ ਪਦਮ ਸ਼੍ਰੀ ਮਿਲਖਾ ਸਿੰਘ ਨੇ ਭਾਰਤ ਦੀ ਨੁਮਾਇੰਦਗੀ ਕੀਤੀ ਹੈ? 3 ਦੇ ਵਿੱਚ ਰੈਪਰੈਜ਼ੈਂਟ ਕੀਤਾ ਹੈ। ਮਿਲਖਾ ਸਿੰਘ ਬਾਰੇ ਥੋੜੀ ਜਾਣਕਾਰੀ ਦਿੱਤੀ ਹੈ। ਮਿਲਖਾ ਸਿੰਘ ਆਲਸੋ ਨੋਨ ਐਜ਼ ਦੀ ਫਲਾਈਂਗ ਸਿੱਖ ਵਾਜ਼ ਐਨ ਇੰਡੀਅਨ ਟਰੈਕ ਐਂਡ ਫੀਲਡ ਸਪ੍ਰਿੰਟਰ ਹੂ ਵਾਜ਼ ਇੰਟਰੋਡਿਊਸਡ ਟੂ ਦਾ ਸਪੋਰਟ ਵਾਈਲ ਸਰਵਿੰਗ ਇਨ ਦੀ ਇੰਡੀਅਨ ਆਰਮੀ। ਤੁਹਾਨੂੰ ਪਤਾ ਇੰਡੀਅਨ ਆਰਮੀ 'ਚ ਪਹਿਲਾਂ ਸਰਵ ਕਰ ਰਹੇ ਸੀ, ਉੱਥੋਂ ਹੀ ਤਿਆਰੀ ਕੀਤੀ ਉਹਨਾਂ ਨੇ, ਉੱਥੋਂ ਹੀ ਓਲੰਪਿਕਸ ਵਿੱਚ ਗਏ ਸੀਗੇ। ਹੀ ਇਜ਼ ਦੀ ਓਨਲੀ ਐਥਲੀਟ ਟੂ ਵਿਨ ਗੋਲਡ ਐਟ 400 ਮੀਟਰ ਐਟ ਦਾ ਏਸ਼ੀਅਨ ਗੇਮਸ ਐਜ਼ ਵੈਲ ਐਜ਼ ਦੀ ਕਾਮਨਵੈਲਥ ਗੇਮਸ। ਹੀ ਆਲਸੋ ਵਨ ਗੋਲਡ ਮੈਡਲ ਇਨ ਦੀ 1958 ਐਂਡ 1962 ਏਸ਼ੀਅਨ ਗੇਮਸ। ਤੇ ਜਿਹੜਾ ਫਲਾਈਂਗ ਸਿੱਖ ਨਾਮ ਹੈ ਇਹਨਾਂ ਨੂੰ ਆਯੂਬ ਖਾਨ ਦੁਆਰਾ ਦਿੱਤਾ ਗਿਆ ਹੈ, ਠੀਕ ਹੈ ਜੀ। ਇਹਦੇ ਉੱਤੇ ਵੀ ਕੁਐਸਚਨ ਪੁੱਛਿਆ ਜਾ ਸਕਦਾ। ਉਸ ਤੋਂ ਬਾਅਦ ਡੈਸ਼ ਐਡੀਸ਼ਨਲ ਐਡਵੋਕੇਟ ਜਨਰਲ ਆਫ ਪੰਜਾਬ ਰਿਜ਼ਾਈਨ ਫॉर ਹਰ ਪੋਸਟ। ਪੰਜਾਬ ਦੇ ਵਧੀਕ ਐਡਵੋਕੇਟ ਜਨਰਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਤਾਂ ਉਹ ਹੈਗੇ ਨੇ ਰਮੀਜ਼ਾ ਹਾਕਿਮ, ਠੀਕ ਹੈ ਜੀ। ਐਡਵੋਕੇਟ ਜਨਰਲ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦੇ ਚੁੱਕੇ ਹਾਂ। ਇਹ ਐਡੀਸ਼ਨਲ ਐਡਵੋਕੇਟ ਜਨਰਲ ਸੀਗੇ ਰਮੀਜ਼ਾ ਹਾਕਿਮ, ਇਹਨਾਂ ਨੇ ਆਪਣੀ ਪੋਸਟ ਤੋਂ ਰਿਜ਼ਾਈਨ ਕੀਤਾ ਪਰਸਨਲ ਰੀਜ਼ਨਸ ਕਾਰਨ, ਤਾਂ ਇਹਦਾ ਸਹੀ ਆਨਸਰ ਰਮੀਜ਼ਾ ਹਾਕਿਮ। ਉਸ ਤੋਂ ਬਾਅਦ ਹੂ ਹੈਜ਼ ਬੀਨ ਰਿਸੀਵਡ ਦਾ द्रोणाचार्य ਅਵਾਰਡ ਫॉर ਦਾ ਗਵਰਨਮੈਂਟ ਆਫ ਇੰਡੀਆ ਫਰੋਮ ਦਾ ਗਵਰਨਮੈਂਟ ਆਫ ਇੰਡੀਆ ਫॉर ਹਿਜ਼ ਅਚੀਵਮੈਂਟ ਇਨ ਦੀ ਗੇਮ ਆਫ ਹਾਕੀ, ਠੀਕ ਹੈ ਜੀ। ਫਰੋਮ ਇਹਦਾ ਸਹੀ ਆਨਸਰ ਹੈ ਜੀ ਰਜਿੰਦਰ ਸਿੰਘ ਜੀ ਨੂੰ ਜਿਹੜਾ ਹੈਗਾ द्रोणाचार्य ਅਵਾਰਡ ਜਿਹੜਾ ਕਿ ਕੋਚ ਨੂੰ ਦਿੱਤਾ ਜਾਂਦਾ ਹੈ। ਜਿਹੜੇ ਗੁਰੂ ਹੁੰਦੇ ਨੇ ਉਹਨਾਂ ਦੇ ਵਿੱਚ ਸਭ ਤੋਂ ਉੱਚਾ ਸਨਮਾਨ ਹੈ द्रोणाचार्य ਅਵਾਰਡ। ਇਹ ਗਵਰਨਮੈਂਟ ਆਫ ਇੰਡੀਆ ਦੁਆਰਾ ਮਿਲਿਆ ਤੇ ਰਜਿੰਦਰ ਸਿੰਘ ਨੇ ਇਹਨਾਂ ਨੂੰ ਮਿਲਿਆ, ਠੀਕ ਹੈ ਜੀ। ਸਟੇਟ ਕੈਂਸਰ ਇੰਸਟੀਚਿਊਟ ਇਨ ਵਿਚ ਆਫ ਦੀ ਡਿਸਟ੍ਰਿਕਟ ਵਿਲ ਬੀ ਫੰਕਸ਼ਨਲ ਸੂਨ। ਸਟੇਟ ਕੈਂਸਰ ਇੰਸਟੀਚਿਊਟ ਜ਼ਿਲ੍ਹੇ ਜਿਸ ਵਿੱਚ ਜ਼ਿਲ੍ਹੇ ਦਾ ਛੇਤੀ ਕਾਰਜ ਕਿਸ ਜ਼ਿਲ੍ਹੇ ਵਿੱਚ ਹੈਗਾ ਇਹ ਛੇਤੀ ਕਾਰਜਸ਼ੀਲ ਹੋ ਜਾਵੇਗਾ? ਤਾਂ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਜਿਹੜਾ ਸਟੇਟ ਕੈਂਸਰ ਇੰਸਟੀਚਿਊਟ ਬਣ ਰਿਹਾ ਹੈ ਤਾਂ ਜਲਦੀ ਫੰਕਸ਼ਨਲ ਹੋ ਜਾਏਗਾ ਅੰਮ੍ਰਿਤਸਰ ਜ਼ਿਲ੍ਹੇ ਸਟੇਟ ਕੈਂਸਰ ਇੰਸਟੀਚਿਊਟ, ਠੀਕ ਹੈ ਜੀ। ਉਸ ਤੋਂ ਬਾਅਦ ਦੀ ਫਸਟ ਡਿਸਕਸ ਥਰੋਅਰ ਟੂ ਬ੍ਰੀਚ ਦਾ 65 ਮੀਟਰ ਇਨ ਦੀ ਹਿਸਟਰੀ ਆਫ ਇੰਡੀਅਨ ਵੂਮਨਸ ਡਿਸਕਸ ਥਰੋ। ਭਾਰਤੀ ਡਿਸਕਸ ਥਰੋ ਦੇ ਇਤਿਹਾਸ ਵਿੱਚ 66.59 ਮੀਟਰ ਦੀ ਉਲੰਘਣਾ ਕਰਨ ਵਾਲਾ ਜਾਂ ਫਿਰ 66 ਮੀਟਰ ਉੱਥੇ ਗਲਤ ਲਿਖਿਆ ਗਿਆ 65 ਮੀਟਰ ਦਾ ਜਿਹੜਾ ਮਤਲਬ ਰਿਕਾਰਡ ਤੋੜਨ ਵਾਲੀ ਮਹਿਲਾ ਬਣ ਗਈ ਹੈ ਉਹ ਹੈਗੀ ਕਮਲਪ੍ਰੀਤ ਕੌਰ। ਤੁਹਾਨੂੰ ਪਤਾ ਇਹਨਾਂ ਨੇ ਇਸ ਵਾਰੀ ਟੋਕੀਓ ਓਲੰਪਿਕਸ ਦੇ ਵਿੱਚ ਵੀ ਇੰਡੀਆ ਨੂੰ ਰੈਪਰੈਜ਼ੈਂਟ ਕੀਤਾ ਹੈ ਡਿਸਕਸ ਥਰੋ ਦੇ ਵਿੱਚ, ਠੀਕ ਹੈ ਜੀ। ਉੱਥੇ ਇਹਨਾਂ ਦਾ ਮੈਕਸਿਮਮ ਜਿਹੜਾ ਸੀਗਾ 66.59 ਮੀਟਰ ਜਿਹੜਾ ਇਹਨਾਂ ਡਿਸਕਸ ਥਰੋ ਕੀਤਾ ਸੀਗਾ। ਤੇ ਵਿਚ IIT ਹੈਜ਼ ਡਿਵੈਲਪਡ ਏ ਡਿਵਾਈਸ ਜੀਵਨ ਵਾਯੂ ਤੇ ਵਿਚ ਕੈਨ ਬੀ ਯੂਜ਼ਡ ਐਜ਼ ਅ ਸਬਸਟੀਟਿਊਟ ਫॉर ਕੰਟੀਨਿਊਅਸ ਪੋਜ਼ਿਟਿਵ ਏਅਰਵੇ ਪ੍ਰੈਸ਼ਰ ਮਸ਼ੀਨ। ਇਸ IIT ਨੇ ਜੀਵਨ ਵਾਯੂ ਉਪਕਰਨ ਵਿਕਸਿਤ ਕੀਤਾ ਜਿਸ ਦੇ ਵਰਤੋਂ ਨਿਰੰਤਰ ਸਕਾਰਾਤਮਕ ਹਵਾ ਮਾਰਗ ਦਬਾਅ ਮਸ਼ੀਨ ਦੇ ਬਦਲ ਵਜੋਂ ਕੀਤੀ ਜਾਏਗੀ, ਮਸ਼ੀਨ ਰਾਹੀਂ ਕੀਤੀ ਜਾਏਗੀ, ਠੀਕ ਹੈ ਜੀ। ਤਾਂ ਇਹ ਹੈਗਾ ਜੀ IIT ਰੋਪੜ, ਇਸ ਦੇ ਦੁਆਰਾ ਇਹ ਜੀਵਨ ਵਾਯੂ ਜਿਹੜਾ ਲਾਂਚ ਕੀਤਾ ਗਿਆ ਹੈ, ਇਹਨਾਂ ਨੇ ਬਣਾਇਆ ਹੈ। ਉਸ ਤੋਂ ਬਾਅਦ ਹੈਗਾ ਜੀ ਹੂ ਹੈਜ਼ ਬੀਨ ਇਲੈਕਟਡ ਪ੍ਰੈਜ਼ੀਡੈਂਟ ਆਫ ਪੰਜਾਬ ਐਕਸਾਈਜ਼ ਐਂਡ ਟੈਕਸੇਸ਼ਨ ਆਫਿਸਰ ਐਸੋਸੀਏਸ਼ਨ। ਜੋ ਪੰਜਾਬ ਐਕਸਾਈਜ਼ ਐਂਡ ਟੈਕਸੇਸ਼ਨ ਆਫਿਸਰ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਗਏ ਕੌਣ ਨੇ? ਬਲਦੀਪ ਕਾਰਨ ਸਿੰਘ। ਤੁਹਾਨੂੰ ਪਤਾ ਜਿਹੜੇ ਆਪਣੇ ਲੇਟੈਸਟ ਜਿਹੜੇ ਆਪਣੇ ਕਾਂਸਟੇਬਲ ਐਗਜ਼ਾਮ ਵਿੱਚ ਕਰੰਟ ਅਫੇਅਰ ਪੁੱਛੀ ਜਾਣੀ ਉਹ ਤੁਹਾਨੂੰ ਪਤਾ ਪੂਰੀ ਡੀਪ ਦੇ ਵਿੱਚ ਨਹੀਂ ਪੁੱਛੀ ਜਾਣੀ, ਡਾਇਰੈਕਟ ਪੁੱਛੀ ਜਾਣੀ ਹੈ। ਜਾਂ ਤਾਂ ਜੋ ਨਵੀਆਂ ਸਕੀਮਸ ਨੇ ਉਹਦੇ ਰਿਲੇਟਡ ਜਾਂ ਫਿਰ ਜੋ ਅਪਾਇੰਟਮੈਂਟਸ ਹੋ ਰਹੀਆਂ ਨੇ ਉਹਨਾਂ ਦੇ ਰਿਲੇਟਡ, ਜੇ ਕਿਸੇ ਨੇ ਰਿਜ਼ਾਈਨ ਕੀਤਾ ਉਹਦੇ ਰਿਲੇਟਡ, ਜਾਂ ਜਿਹੜੇ ਮੋਨੂਮੈਂਟਸ ਨੇ ਆਪਣੇ ਪਲੇਸਿਸ ਨੇ ਇੰਪੋਰਟੈਂਟ ਪੰਜਾਬ ਦੇ ਵਿੱਚ ਉਹਦੇ ਉੱਤੇ ਜਦ ਕੋਈ CM ਸਾਹਿਬ ਉੱਥੇ ਆਪਣੇ ਜਾ ਕੇ ਕੁਝ ਕੋਈ ਉਦਘਾਟਨ ਕਰਦੇ ਕਿਸੇ ਤਰ੍ਹਾਂ ਦੇ ਸਮਾਰੋਹ ਦਾ, ਕੁਛ ਉੱਥੇ ਵਿਕਾਸ ਹੁੰਦਾ ਹੈ ਜਾਂ ਕੁਛ ਉੱਥੇ ਰੈਨੋਵੇਸ਼ਨ ਹੁੰਦੀ ਹੈ ਤਾਂ ਉਹਦੇ ਰਿਲੇਟਡ ਹੀ ਕੁਐਸਚਨ ਪੁੱਛੇ ਜਾਣਗੇ। ਤਾਂ ਉਹੀ ਆਪਾਂ ਇਨਕਲੂਡ ਕੀਤੇ ਆ ਇਹਦੇ ਵਿੱਚ। ਤੇ ਤੁਸੀਂ ਵੀ ਇਸ ਤੋਂ ਇਲਾਵਾ ਵੀ ਹੋਰ ਪੜ੍ਹਨੇ ਤਾਂ ਉੱਦਾਂ ਦੇ ਹੀ ਪੜ੍ਹਨੇ, ਜ਼ਿਆਦਾ ਡੀਪ ਵਿੱਚ ਨਹੀਂ ਪੜ੍ਹਨੇ, ਠੀਕ ਹੈ ਜੀ, ਕਿਉਂਕਿ ਡਾਇਰੈਕਟ ਕੁਐਸਚਨਸ ਆਣੇ। The Excise Department GOP मतलब Government of Punjab has entered into a partnership with IIT Dash for carrying out structural audit of the layouts and technical audit of the mass flow meters installed in liquor unit। तो सही आंसर है जी IIT रोपड़ ने ਜਿਹੜਾ ਇਹ इनिशिएटिव ਕੀਤਾ है, ठीक है जी। तो सही आंसर हो जाएगा IIT रोपड़। पंजाब रीनेम्स हाउ मैनी गवर्नमेंट स्कूल आफ्टर फ्रीडम फाइटर मार्टियर्स। ਇਹ ਤੁਸੀਂ ਨਿਊਜ਼ ਹੁਣੀ ਰੀਸੈਂਟ ਸੁਣੀ ਹੋਣੀ ਹੈ। ਤਾਂ 17 ਜਿਹੜੇ ਸਰਕਾਰੀ ਸਕੂਲਾਂ ਦਾ ਨਾਮ ਬਦਲ ਕੇ ਰੱਖਿਆ ਜਾਏਗਾ ਜਿਹੜੇ ਫਰੀडम ਫਾਈਟਰ ਸੀਗੇ ਸ਼ਹੀਦਾਂ ਦੇ ਨਾਂ ਦੇ ਉੱਤੇ। ਤਾਂ ਇੱਕ ਪੰਜਾਬ ਗਵਰਨਮੈਂਟ ਵੱਲੋਂ ਇਨੀਸ਼ੀਏਟਿਵ ਕੀਤਾ ਗਿਆ ਜਿਹਦੇ ਵਿੱਚ 17 ਸਕੂਲਾਂ ਦਾ ਨਾਮ ਬਦਲਿਆ ਜਾਏਗਾ। ਉਸ ਤੋਂ ਬਾਅਦ ਨਿਊ ਇੰਸਟਰਕਸ਼ਨਸ ਇਸ਼ੂਜ਼ ਟੂ ਟੀਚਰਸ ਵਰਕਿੰਗ ਇਨ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ project, and his project is being implemented with the objective of improving the quality of education in all
ਡੈਸ਼ ਕਿਹੜੇ ਸਕੂਲਾਂ ਵਿੱਚ ਕੀਤੀ ਜਾਏਗੀ। ਮਤਲਬ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਜਿਹੜਾ ਹੈਗਾ ਵਿੱਚ ਕੰਮ ਕਰਨ ਵਾਲੇ ਅਧਿਆਪਕਾਂ ਨੂੰ ਨਵੀਆਂ ਹਦਾਇਤਾਂ ਦੇ ਮੁੱਦੇ ਤੇ ਪ੍ਰੋਜੈਕਟ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਤੇ ਉਦੇਸ਼ ਨਾਲ ਲਾਗੂ ਕੀਤਾ ਜਾ ਰਿਹਾ। ਇਹ ਜਿਹੜਾ ਹੈਗਾ ਪ੍ਰਾਇਮਰੀ ਸਕੂਲਾਂ ਵਿੱਚ ਲਾਗੂ ਕੀਤਾ ਜਾ ਰਿਹਾ। ਠੀਕ ਹੈ ਜੀ, ਤੁਸੀਂ ਖਿਆਲ ਰੱਖਣੀ ਹੈ। ਗੁਰੂ ਨਾਨਕ ਦਰਬਾਰ ਗੁਰਦੁਆਰਾ ਕੰਟੀਨਿਊ ਟੂ ਸਰਵ ਹਿਊਮੈਨਿਟੀ ਇਵਨ ਡਿਊਰਿੰਗ ਪੈਂਡੈਮਿਕ ਐਂਡ ਇਜ਼ ਲੋਕੇਟਡ ਇਨ। ਠੀਕ ਹੈ ਜੀ, ਗੁਰੂ ਨਾਨਕ ਦਰਬਾਰ। ਇੱਥੇ ਤਾਂ ਮੈਂ ਸਾਰੇ ਬਾਹਰਲੇ ਆਪਸ਼ਨ ਰੱਖੇ ਹੋਏ ਆ, ਕਈ ਵਾਰੀ ਉੱਥੇ ਅੰਮ੍ਰਿਤਸਰ ਜਲੰਧਰ ਮੌਕਾ ਇੱਥੇ ਪੁੱਛ ਲੈਣ ਦਿੱਕਤ ਆ ਸਕਦੀ ਹੈ। ਤਾਂ ਇਹ ਠੀਕ ਹੈ ਜੀ, ਇਹ ਦੁਬਈ ਦੇ ਵਿੱਚ ਹੈ ਗੁਰੂ ਨਾਨਕ ਦਰਬਾਰ ਗੁਰਦੁਆਰਾ, ਜਿਨ੍ਹਾਂ ਨੇ ਪੈਂਡੈਮਿਕ ਦੇ ਵਿੱਚ ਵੀ ਕਾਫੀ ਮਨੁੱਖਤਾ ਦੀ ਸੇਵਾ ਕੀਤੀ ਹੈ, ਇਸ ਕਰਕੇ ਕੁਐਸਚਨ ਇੰਪੋਰਟੈਂਟ ਹੈ ਦੁਬਈ। On the occasion of World Environment Day, the Punjab government has launched a unique initiative under the DASH campaign, under which meaningful efforts would be made to provide a clean environment to the people as well as make Punjab healthier। ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਤੇ ਪੰਜਾਬ ਸਰਕਾਰ ਨੇ ਡੈਸ਼ ਮੁਹਿੰਮ ਦੇ ਦਿਨ ਵਿਲੱਖਣ ਪਹਿਲ ਕਦਮੀ ਸ਼ੁਰੂ ਕੀਤੀ, ਜਿਸ ਦੇ ਤਹਿਤ ਲੋਕਾਂ ਨੂੰ ਸਾਫ਼ ਵਾਤਾਵਰਣ ਮੁਹੱਈਆ ਕਰਵਾਉਣ ਦੇ ਨਾਲ ਪੰਜਾਬ ਨੂੰ ਸਿਹਤਮੰਦ ਬਣਾਉਣ ਲਈ ਸਾਰਥਕ ਯਤਨ ਕੀਤੇ ਜਾਣਗੇ। ਇਹ ਹੈਗਾ ਜੀ ਮਿਸ਼ਨ ਹੈਲਦੀ ਪੰਜਾਬ। ਤੇ ਮਿਸ਼ਨ ਜਿਹੜਾ ਫਤਿਹ ਹੈਗਾ ਇਹ ਕਰੋਨਾ ਨਾਲ ਰਿਲੇਟਡ ਹੈ। ਤੁਹਾਨੂੰ ਪਤਾ ਮਿਸ਼ਨ ਫਤਿਹ ਸੁਣਿਆ ਹੋਣਾ, ਬੈਨਰ ਵੀ ਲੱਗੇ ਦੇਖੇ ਹੋਣੇ ਜਦੋਂ ਕਰੋਨਾ ਦੀ ਲਹਿਰ ਚੱਲ ਰਹੀ ਸੀ ਤਾਂ ਪੰਜਾਬ ਸਰਕਾਰ ਨੇ ਮਿਸ਼ਨ ਫਤਿਹ ਲਾਂਚ ਕੀਤਾ, ਜਿਹਦੇ ਅਨੁਸਾਰ ਆਪਣੇ ਪਿੰਡਾਂ ਦੇ ਵਿੱਚ ਪੂਰਾ ਕਰੋਨਾ ਮੁਕਤ ਜਿਹੜਾ ਪੰਜਾਬ ਆਪਾਂ ਨੂੰ ਕਰਨਾ ਸੀਗਾ, ਤੇ ਉਹਦੇ ਕਾਰਨ ਇਹ ਲਾਂਚ ਕੀਤਾ ਗਿਆ ਸੀ। ਦੀ 5th ਸਿੱਖ ਮਾਸਟਰ ਐਟ ਗੁਰਦੁਆਰਾ ਡੈਸ਼ ਇਨ ਲਾਹੌਰ। ਲਾਹੌਰ ਤੇ ਗੁਰਦੁਆਰਾ ਡੈਸ਼ ਵਿੱਚ 5ਵੇਂ ਸਿੱਖ ਮਾਸਟਰ ਕੌਣ ਸੀ, ਮਤਲਬ ਕਿਹੜਾ ਗੁਰਦੁਆਰਾ ਹੈ ਉਹ ਜਿੱਥੇ 5ਵੇਂ ਸਿੱਖ ਮਾਸਟਰ ਨੇ, ਉਹ ਹੈਗਾ ਜੀ ਡੇਰਾ ਸਾਹਿਬ। Who has been awarded with the Fellow of Indian Association of Veterinary Punjab Public Health Specialist। ਕਿਹਨਾਂ ਨੂੰ ਇੰਡੀਅਨ ਐਸੋਸੀਏਸ਼ਨ ਆਫ ਵੈਟਰਨਰੀ ਪਬਲਿਕ ਹੈਲਥ ਸਪੈਸ਼ਲਿਸਟ ਦੇ ਸਾਥੀ ਨਾਲ ਸਨਮਾਨਿਤ ਕੀਤਾ ਗਿਆ। ਡਾਕਟਰ ਜਸਬੀਰ ਸਿੰਘ ਬੇਦੀ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ। Which government will provide ₹1500 per month as social security pension along with free education up to the graduation for all those children orphaned in the COVID pandemic as well as families that have lost their breadwinning members from July 1, 2021 onwards। breadwinning ਦਾ ਮਤਲਬ ਜਿਹੜੇ ਕਮਾਊ ਮੈਂਬਰ ਸੀਗੇ। ਕਿਹੜੀ ਸਰਕਾਰ ਸਮਾਜਿਕ ਸੁਰੱਖਿਆ ਪੈਨਸ਼ਨ ਦੇ ਤੌਰ ਤੇ ਪ੍ਰਤੀ ਮਹੀਨਾ 1500 ਰੁਪਏ ਮੁਹੱਈਆ ਕਰਵਾਏਗੀ। ਗ੍ਰੈਜੂਏਸ਼ਨ ਤੱਕ ਦੀ ਮੁਫਤ ਸਿੱਖਿਆ ਦੇ ਨਾਲ ਸਾਰੇ ਬੱਚਿਆਂ ਜੋ ਕੋਵਿਡ ਮਹਾਮਾਰੀ ਵਿੱਚ ਅਨਾਥ ਹਨ, ਨਾਲ ਹੀ ਉਹਨਾਂ ਪਰਿਵਾਰਾਂ ਜਿਨ੍ਹਾਂ ਦੇ 1 ਜੁਲਾਈ 2021 ਦਾ ਆਪਣੀ ਰੋਟੀ ਕਮਾਉਣ ਵਾਲਾ ਮੈਂਬਰ ਗਵਾ ਦਿੱਤਾ, ਉਹ ਕਿਹੜਾ ਹੈਗਾ ਜੀ, ਬਿਲਕੁਲ ਪੰਜਾਬ ਸਹੀ ਆਨਸਰ ਹੈ ਇਹਦਾ। ਤੇ ਪੰਜਾਬ ਸਰਕਾਰ ਨੇ ਜਿਹੜੀ ਬੁਢੇਪਾ ਪੈਨਸ਼ਨ, ਵਿਧਵਾ ਪੈਨਸ਼ਨ, ਠੀਕ ਹੈ ਜੀ, ਸਿਕਿਉਰਿਟੀ ਪੈਨਸ਼ਨ, ਉਹ ਵੀ ਜਿਹੜੀ ਹੈ 750 ਤੋਂ ਹੁਣ ਜਿਹੜੀ ਹੈ 1500 ਕਰ ਦਿੱਤੀ ਹੈ। ਤਾਂ ਇਹਦੇ ਉੱਤੇ ਵੀ ਕੁਐਸਚਨ ਪੁੱਛਿਆ ਜਾ ਸਕਦਾ। ਇੱਕ ਵਧੀਆ ਇੰਪੋਰਟੈਂਟ ਇਨੀਸ਼ੀਏਟਿਵ ਹੈ ਗਵਰਨਮੈਂਟ ਆਫ ਪੰਜਾਬ ਦਾ। ਤੇ ਤੁਸੀਂ ਕੁਐਸਚਨ ਸਮਝ ਗਏ ਹੋਣਗੇ। ਠੀਕ ਹੈ ਜੀ, ਕੋਵਿਡ ਨਾਲ ਰਿਲੇਟਡ ਜਿਨ੍ਹਾਂ ਦੀ ਜਾਨ ਗਈ, ਜਿਹੜੇ ਕਮਾਊ ਮੈਂਬਰ ਚਲੇ ਗਏ, ਜਿਹੜੇ ਬੱਚੇ ਅਨਾਥ ਹੈਗੇ, ਉਹਨਾਂ ਲਈ ਪੰਜਾਬ ਸਰਕਾਰ ਇਹਨਾਂ ਕੁਝ ਕਰ ਰਹੀ ਹੈ। First PSA oxygen generation plant with the capacity of 1000 LP inaugurated at the Patiala। At this plant will generate oxygen from। ਇਹ ਪਲਾਂਟ ਜਿਹੜਾ ਆਕਸੀਜਨ ਕਿੱਥੋਂ ਜਨਰੇਟ ਕਰੇਗਾ, ਪਟਿਆਲਾ ਦੇ ਵਿੱਚ ਲਗਾਇਆ ਗਿਆ ਪਲਾਂਟ ਹੈ। ਤਾਂ ਇਹ 에ਅਰ ਤੋਂ ਜਿਹੜਾ ਹੈਗਾ ਆਕਸੀਜਨ ਜਨਰੇਟ ਕਰੇਗਾ। ਮੈਕਸਿਮਮ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਆਕਸੀਜਨ ਜਨਰੇਟ ਕਰ ਪਾਏ ਉਨਾ ਇੱਥੇ ਵਧੀਆ। ਤੁਹਾਨੂੰ ਪਤਾ ਇਸ ਟਾਈਮ ਕਰੋਨਾ ਦੇ ਵਿੱਚ ਆਕਸੀਜਨ ਦੀ ਕਿੰਨੀ ਮਤਲਬ ਡੈਫੀਸ਼ੀਐਂਸੀ ਹੋ ਗਈ ਸੀ, ਕਿੰਨੀ ਡਿਮਾਂਡ ਆ ਰਹੀ ਸੀ, ਤਾਂ ਇਸ ਕਰਕੇ ਸਾਰੇ ਸਟੇਟਾਂ ਵਿੱਚ ਆਕਸੀਜਨ ਪਲਾਂਟ ਲਗਾਏ ਜਾ ਰਹੇ ਨੇ। ਠੀਕ ਹੈ ਜੀ, ਇਹ ਤੁਸੀਂ ਖਿਆਲ ਰੱਖਣਾ। Who is the chairperson of Punjab State Commission for SC Scheduled Caste। ਅਨੁਸੂਚਿਤ ਜਾਤੀ ਲਈ ਪੰਜਾਬ ਰਾਜ ਕਮਿਸ਼ਨ ਦੇ ਚੇਅਰਮੈਨ ਕੌਣ ਹਨ, ਤਾਂ ਮਿਸਿਸ ਤੇਜਿੰਦਰ ਕੌਰ। ਠੀਕ ਹੈ ਜੀ, ਇਹਨਾਂ ਨੇ ਜਿਹੜਾ ਹੈਗਾ ਆਪਣੀ ਗਵਰਨਮੈਂਟ ਨੂੰ, ਆਪਣੇ ਪੰਜਾਬ ਗਵਰਨਮੈਂਟ ਨੂੰ, ਸੀਐਮ ਸਾਹਿਬ ਨੂੰ ਲਿਖਿਆ ਸੀਗਾ ਕਿ ਜਿਹੜਾ ਆਪਣੇ ਐਸੀਆਂ ਦੀ ਗਿਣਤੀ ਜਿਹੜੀ ਹੈ ਜ਼ਿਆਦਾ ਹੈ ਤੇ ਉਹਨਾਂ ਦੇ ਅਕੋਰਡਿੰਗ ਉਹਨਾਂ ਨੂੰ ਜਿਹੜਾ ਹੈਗਾ ਰਿਜ਼ਰਵੇਸ਼ਨ ਨਹੀਂ ਮਿਲ ਪਾ ਰਿਹਾ, ਤਾਂ ਉਸ ਵਿੱਚ ਜਿਹੜਾ ਵਾਧਾ ਕੀਤਾ ਜਾਵੇ। ਇਸ ਕਰਕੇ ਨਿਊਜ਼ ਵੀ ਸੀਗੇ ਮਿਸਿਸ ਤੇਜਿੰਦਰ ਕੌਰ। ਮਿਸ਼ਨ ਤੰਦਰੁਸਤ ਪੰਜਾਬ ਲਾਂਚਡ ਬਾਏ। ਤੰਦਰੁਸਤ ਪੰਜਾਬ ਨਾਲ ਰਿਲੇਟਡ ਹੈ ਤੇ ਇਸ ਟਾਈਮ ਐਕਟਿਵ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ। ਤਾਂ ਬਿਲਕੁਲ ਸਿੰਪਲ ਜਿਹਾ ਕੁਐਸਚਨ ਹੈ, ਕੈਪਟਨ ਅਮਰਿੰਦਰ ਸਿੰਘ ਇਜ਼ ਦੀ ਰਾਈਟ ਆਂਸਰ। Which of the following institute of Punjab has been ranked among top 100 in Asia University ranking 2021। ਤਾਂ IIT ਰੋਪੜ ਜਿਹੜਾ ਹੈਗਾ ਏਸ਼ੀਆ ਯੂਨੀਵਰਸਿਟੀ ਰੈਂਕਿੰਗ 2021 ਵਿੱਚ ਪੰਜਾਬ ਦੇ ਟੌਪ 100 ਵਿੱਚ ਸ਼ਾਮਿਲ ਹੋਇਆ IIT ਰੋਪੜ। ਪੰਜਾਬ ਗ੍ਰੈਜੂਏਟਡ ਟੂ ਦਾ ਕੈਟੇਗਰੀ ਆਫ ਡੈਸ਼ SDG ਇੰਡੀਆ ਇੰਡੈਕਸ ਬਾਈ ਦਾ ਨੀਤੀ ਆਯੋਗ। ਤਾਂ ਇਹ ਕੁਐਸਚਨ ਆਪਾਂ ਪਿਛਲੇ ਕੀਤਾ ਸੀਗਾ, ਫਰੰਟ ਰਨਰ ਦਾ ਸਹੀ ਆਂਸਰ। ਠੀਕ ਹੈ ਜੀ। ਸ਼ਾਹਪੁਰ ਕੰਡੀ ਨੈਸ਼ਨਲ ਪ੍ਰੋਜੈਕਟ ਵਿਚ ਇਜ਼ ਕਮਿੰਗ ਅਪ ਅਲੋਂਗ ਦਾ ਬਾਰਡਰ ਬਿਟਵੀਨ J&K ਐਂਡ ਪੰਜਾਬ ਵਿਲ ਬਿਕਮ ਫੰਕਸ਼ਨਲ ਬਾਈ ਨਵੰਬਰ। ਠੀਕ ਹੈ ਜੀ, ਸ਼ਾਹਪੁਰ ਕੰਡੀ ਡੈਮ ਜਿਹੜਾ ਹੈਗਾ ਨੈਸ਼ਨਲ ਪ੍ਰੋਜੈਕਟ ਹੈ, ਇਹ ਬਣ ਰਿਹਾ J&K ਤੇ ਪੰਜਾਬ ਦੇ ਬਾਰਡਰ। ਇਹ 2022 ਤੱਕ ਜਿਹੜਾ ਹੈਗਾ ਕੰਪਲੀਟ ਹੋ ਜਾਏਗਾ। ਇਹ ਜਿਹੜਾ ਰਾਵੀ ਰਿਵਰ ਤੇ ਬਣ ਰਿਹਾ। ਠੀਕ ਹੈ ਜੀ, ਰਾਵੀ ਰਿਵਰ ਤੇ ਇਹ ਜਿਹੜਾ ਪੰਜਾਬ ਦਾ ਜ਼ਿਲ੍ਹਾ ਪੁੱਛਿਆ ਜਾਵੇ ਤਾਂ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਾ ਬਣ ਰਿਹਾ।
ਤੇ ਤੁਹਾਨੂੰ ਪਤਾ ਆ ਦੇਖ ਸਕਦੇ ਹੋ ਤੁਸੀਂ ਸ਼ਾਹਪੁਰ ਕੰਡੀ ਉਹਨਾਂ ਨੇ ਸਿੱਧਾ ਹੀ ਪੁੱਛ ਲੈਣਾ ਸ਼ਾਹਪੁਰ ਕੰਡੀ ਨੈਸ਼ਨਲ ਡੈਮ ਜਿਹੜਾ ਹੈਗਾ ਉਹ ਕਿਹੜੇ ਜ਼ਿਲ੍ਹੇ ਵਿੱਚ ਹੈ ਤਾਂ ਪਠਾਨਕੋਟ ਦੇ ਵਿੱਚ ਹੈ ਕਿਹੜੇ ਨਦੀ ਦੇ ਉੱਤੇ ਬਣ ਰਿਹਾ ਰਾਵੀ ਨਦੀ ਉੱਤੇ ਬਣ ਰਿਹਾ ਕਿਹੜੇ ਸਾਲ ਤੱਕ ਫੰਕਸ਼ਨ ਹੋ ਜਾਏਗਾ 2022 ਤੱਕ ਇਹ ਜੇਲ ਵਾਟਰ ਦੇ ਐਗਜ਼ਾਮ ਵਿੱਚ ਪੁੱਛਿਆ ਗਿਆ ਸੀ ਦੇਖ ਲਓ ਤੁਸੀਂ ਪਿਛਲੇ 27 ਅਗਸਤ ਨੂੰ ਮਤਲਬ 26 27 ਨੂੰ ਐਗਜ਼ਾਮ ਹੋਇਆ ਸੀਗਾ ਉਹਨਾਂ ਦਾ ਉਸ ਟਾਈਮ ਇਹ ਪੁੱਛਿਆ ਗਿਆ ਸੀ ਸ਼ਾਹਪੁਰ ਕੰਡੀ ਡੈਮ ਪ੍ਰੋਜੈਕਟ ਤੁਸੀਂ ਦੇਖ ਸਕਦੇ ਹੋ ਇਹ ਡਾਇਰੈਕਟ ਕੁਐਸਚਨ ਬਣਦੇ ਨੇ ਇਦਾਂ ਹੀ ਕਿ ਆ ਕਿਹੜੀ ਜਗ੍ਹਾ ਕਿੱਥੇ ਹੈ ਉਹ ਤਾਂ ਹੀ ਬਣਦੇ ਨੇ ਕਿਉਂਕਿ ਲੋਕਲ ਉਸ ਟਾਈਮ ਨਿਊਜ਼ ਵਿੱਚ ਹੁੰਦੇ ਨੇ ਆਪਾਂ ਕਹਿ ਦਿੰਦੇ ਆ ਵੀ ਅਚਾਨਕ ਸਪੈਸ਼ਲ ਮਤਲਬ ਪਲੇਸਿਸ ਕਿੱਥੋਂ ਪੁੱਛਣ ਲੱਗੇ ਤਾਂ ਉਹ ਜਿਹੜਾ ਨਿਊਜ਼ ਵਿੱਚ ਹੁੰਦੇ ਉਹਨਾਂ ਤੋਂ ਹੀ ਪੁੱਛਦੇ ਆ ਤਾਂ ਇਸ ਕਰਕੇ ਮੈਂ ਇਸ ਵਿੱਚ ਕਿੰਨੇ ਕੁਐਸਚਨ ਇਨਕਲੂਡ ਕੀਤੇ ਸੀ ਤੁਸੀਂ ਦੇਖਿਆ ਹੀ ਹੈ ਤੇ ਜੇ ਵੀਡੀਓ ਦੀ ਕੁਆਲਿਟੀ ਕੁਐਸਚਨ ਦੀ ਕੁਆਲਿਟੀ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਟੈਲੀਗ੍ਰਾਮ ਲਿੰਕ ਜੁਆਇਨ ਕਰ ਲਿਓ ਕੱਲ੍ਹ ਨੂੰ ਇਸ ਚੈਨਲ ਤੇ ਜਿਹੜਾ ਹੈਗਾ ਆਪਾਂ ਪੋਲਿਟੀ ਦੀ ਮੈਰਾਥਨ ਲੈ ਕੇ ਆਉਣ ਵਾਲੇ ਹਾਂ ਜਿਹਦੇ ਵਿੱਚ ਮੈਂ ਸਾਰੀ ਪੋਲਿਟੀ ਰਿਵਾਈਜ਼ ਕਰਵਾਉਣ ਵਾਲਾ ਤੁਹਾਨੂੰ ਠੀਕ ਹੈ ਜੀ ਜਿੰਨੇ ਟੌਪਿਕ ਨੇ ਆਪਣੇ ਪੰਜਾਬ ਪੁਲਿਸ ਕਾਂਸਟੇਬਲ ਦੇ ਵਿੱਚ ਸਾਰੇ ਆਪਾਂ ਟੌਪਿਕ ਕਵਰ ਕਰਾਂਗੇ ਕਿਉਂਕਿ ਪੋਲਿਟੀ ਲਈ ਕਾਫੀ ਡਿਮਾਂਡ ਆ ਰਹੀ ਹੈ ਬੱਚੇ ਪੜ੍ਹਨਾ ਚਾਹ ਰਹੇ ਨੇ ਤੇ ਆਪਾਂ ਉਹ ਵੀਡੀਓ ਜਿਹੜੀ ਕੱਲ੍ਹ ਨੂੰ ਕਰਨ ਵਾਲੇ ਹਾਂ ਕੱਲ੍ਹ ਤੱਕ ਮੈਂ ਸ਼ਾਮ ਤੱਕ ਕੋਸ਼ਿਸ਼ ਕਰੂੰਗਾ ਕੱਲ੍ਹ ਸ਼ਾਮ ਤੱਕ ਵੀਡੀਓ ਅਪਲੋਡ ਹੋ ਜਾਵੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਵਿੱਚ ਜਿਹੜੇ ਤਿਆਰੀ ਕਰ ਰਹੇ ਨੇ ਠੀਕ ਹੈ ਜੀ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਤੱਕ ਇਹ ਵੀਡੀਓ ਪਹੁੰਚੇ ਤੇ ਜਿਹੜਾ ਹੈਗਾ ਵੀਡੀਓ ਨੂੰ ਬਣਾਉਣ ਦਾ ਜੋ ਮਿਹਨਤ ਹੈ ਉਹਦਾ ਮੁੱਲ ਨਿਕਲ ਜਾਵੇ ਬਸ ਇੰਨਾ ਹੀ ਕਹਿਣਾ ਚਾਹੂੰਗਾ ਤੁਹਾਨੂੰ ਠੀਕ ਹੈ ਜੀ ਇਸ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਗੁੱਡ ਬਾਏ ਬੈਸਟ ਆਫ ਲੱਕ ਫॉर योर एग्जाम्स ਤੇ ਸਟੇ ਟਿਊਨਡ ਫॉर ਦਾ ਨੈਕਸਟ ਵੀਡੀਓ